ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 2 ਸਤੰਬਰ ਹੈ, ਦਿਨ ਵੀਰਵਾਰ ਹੈ। ਅੱਜ ਦੇ ਦਿਨ ਦੀਆਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਮੌਸਮ ਦਾ ਜਿਵੇਂ ਅਸੀਂ ਦੱਸਿਆ ਸੀ ਐਮਰਜੈਂਸੀ ਬੁਲੇਟਿਨ ਦੇ ਵਿੱਚ ਕਿ ਮੌਸਮ ਵਿਭਾਗ ਨੇ ਕਿਹਾ ਸਤੰਬਰ ਦੇ ਵਿੱਚ ਮੀਂਹ ਹੈ ਜਿਹੜਾ ਉਹ ਵੱਧ ਪਊਗਾ ਆਮ ਦੇ ਨਾਲੋਂ, ਤੇ ਪੰਜਾਬ ਦੇ ਵਿੱਚ ਮੀਂਹ ਦੀ ਸ਼ੁਰੂਆਤ ਹੋ ਵੀ ਚੁੱਕੀ ਹੈ। ਕੱਲ ਜਲੰਧਰ ਦੇ ਬੰਗਾ ਦੇ ਵਿੱਚ ਭਾਰੀ ਮੀਂਹ ਪਿਆ ਤੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਸਮੇਤ ਚੰਡੀਗੜ੍ਹ ਦੇ ਵਿੱਚ ਸਵੇਰੇ ਜਿਹੜਾ 5:30 ਵਜੇ ਤੋਂ ਲੈ ਕੇ 6:30 ਵਜੇ ਤੱਕ ਹਲਕਾ ਮੀਂਹ ਪਿਆ ਹੈ। ਗ੍ਰਿਫਤਾਰੀ ਤੋਂ ਕੰਬਦਾ ਸੈਣੀ ਕੱਲ ਜਾਂਚ ਵਿੱਚ ਸ਼ਾਮਿਲ ਹੋਣ ਦੇ ਲਈ ਵਿਜੀਲੈਂਸ ਬਿਊਰੋ ਦੇ ਦਫ਼ਤਰ ਹੀ ਨਹੀਂ ਗਿਆ। ਸੁਮੇਧ ਸੈਣੀ ਨੇ ਵਿਜੀਲੈਂਸ ਬਿਊਰੋ ਨੂੰ ਕੱਲ ਤੜਕੇ ਹੀ ਈਮੇਲ ਭੇਜ ਕੇ ਜਾਂਚ ਵਿੱਚ ਸ਼ਾਮਿਲ ਹੋਣ ਦੇ ਲਈ 15 ਦਿਨਾਂ ਦੀ ਮੋਹਲਤ ਮੰਗੀ ਹੈ। ਆਪਣੇ ਵਕੀਲ ਰਾਹੀਂ ਦਫ਼ਤਰ ਨੂੰ ਈਮੇਲ ਤੇ ਇੱਕ ਚਿੱਠੀ ਭੇਜ ਕੇ ਦੱਸਿਆ ਕਿ ਮੈਂ ਕਿਸੇ ਕਾਰਨ ਕਰਕੇ ਜਾਂਚ 'ਚ ਸ਼ਾਮਿਲ ਹੋ ਨਹੀਂ ਸਕਦਾ, ਇਸ ਕਰਕੇ ਮੈਨੂੰ ਘੱਟੋ ਘੱਟ 15 ਦਿਨਾਂ ਦੀ ਮੋਹਲਤ ਹੈ ਜਿਹੜੀ ਉਹ ਦਿੱਤੀ ਜਾਵੇ। ਇਹ ਕੇਸ ਹੈ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਰੱਖਣ ਵਾਲਾ ਹੈਗਾ, ਜਿਹਦੇ ਵਿੱਚ ਪਿਛਲੇ ਦਿਨੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਵੀ ਕੀਤਾ ਸੀ। ਚਿੱਠੀ ਦੇ ਵਿੱਚ ਸਾਬਕਾ ਡੀਜੀਪੀ ਨੇ ਇਹ ਵੀ ਭਰੋਸਾ ਮੰਗਿਆ ਹੈ ਕਿ ਜਾਂਚ ਵਿੱਚ ਸ਼ਾਮਿਲ ਹੋਣ ਜਦੋਂ ਮੈਂ ਆਊਂਗਾ ਤਾਂ ਮੈਨੂੰ ਗ੍ਰਿਫਤਾਰ ਨਾ ਕੀਤਾ ਜਾਵੇ। ਤੇ ਹੁਣ 6 ਸਤੰਬਰ ਨੂੰ ਜਿਹੜਾ ਬਹਿਬਲ ਕਲਾਂ ਗੋਲੀकांड ਵਾਲਾ ਮਾਮਲਾ ਹੈ ਉਹਦੇ ਵਿੱਚ ਸੁਮੇਧ ਸੈਣੀ ਨੂੰ ਦਿੱਲੀ ਸੱਦਿਆ ਵਿਸ਼ੇਸ਼ ਜਾਂਚ ਟੀਮ ਨੇ, ਪੰਜਾਬ ਪੁਲਿਸ ਦੀ ਨੇ। ਹੁਣ ਉੱਥੇ ਵੀ ਸੈਣੀ ਪੇਸ਼ ਹੋਊਗਾ ਜਾਂ ਨਹੀਂ ਇਸ ਦਾ ਕੋਈ ਭਰੋਸਾ ਨਹੀਂ ਹੈ, ਕਿਉਂਕਿ ਡਰ ਹੈ ਸੈਣੀ ਨੂੰ ਕਿ ਮੈਨੂੰ ਗ੍ਰਿਫਤਾਰ ਨਾ ਕਰ ਲੈਣ। ਜਲਿਆਂਵਾਲਾ ਬਾਗ ਨਾਲ ਸੰਬੰਧਿਤ ਸ਼ਹੀਦਾਂ ਦੇ ਪਰਿਵਾਰਾਂ ਨੇ ਕੱਲ ਮੁੜ ਯਾਦਗਾਰ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ, ਯਾਨੀ ਕਿ ਜਲਿਆਂਵਾਲਾ ਬਾਗ ਦੇ ਅੰਦਰ ਖੜ ਕੇ ਰੋਸ ਮੁਜ਼ਾਹਰਾ ਕੀਤਾ ਤੇ ਕਿਹਾ ਕਿ ਸ਼ਹੀਦਾਂ ਦੀਆਂ ਹਟਾਈਆਂ ਗਈਆਂ ਤਸਵੀਰਾਂ ਨੂੰ ਮੁੜ ਸਥਾਪਿਤ ਕੀਤਾ ਜਾਵੇ। ਸ਼ਹੀਦ ਵਾਸੂ ਮੱਲ ਦੇ ਪੜਪੋਤਰੇ ਸੁਨੀਲ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਕੇਂਦਰੀ ਸੱਭਿਆਚਾਰਕ ਵਿਭਾਗ ਦੇ ਸਕੱਤਰ ਨਾਲ ਗੱਲਬਾਤ ਕੀਤੀ ਹੈ। ਯਾਦਗਾਰ ਵਿੱਚ ਇੱਕ ਸ਼ਹੀਦੀ ਕੰਧ ਬਣਾਉਣ ਦੀ ਮੰਗ ਕੀਤੀ ਹੈ ਜਿਸ ਤੇ ਸ਼ਹੀਦਾਂ ਦੇ ਨਾਮ ਤੇ ਜਾਣਕਾਰੀ ਲਿਖੀ ਜਾਵੇ ਅਤੇ ਉਹਨਾਂ ਦੀਆਂ ਤਸਵੀਰਾਂ ਲਾਈਆਂ ਜਾਣ ਤਾਂ ਜੋ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇ ਸਕਣ। ਨਾਲ ਹੀ ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਯਾਦਗਾਰ ਵਿੱਚ ਜਿਹੜਾ ਪ੍ਰਵੇਸ਼ ਦੁਆਰ ਹੈਗਾ, ਦਰਵਾਜ਼ਾ ਹੈਗਾ, ਉਹਦੀ ਤੰਗ ਗਲੀ ਵਿੱਚ ਲਾਈਆਂ ਤਸਵੀਰਾਂ ਨੂੰ ਹਟਾਇਆ ਜਾਵੇ। ਸ਼ਹੀਦੀ ਜੋਤੀ ਨੂੰ ਵੀ ਪਹਿਲਾਂ ਵਾਲੀ ਥਾਂ ਤੇ ਸਥਾਪਿਤ ਕੀਤਾ ਜਾਵੇ ਤੇ ਸ਼ਹੀਦੀ ਖੂਹ ਦਾ ਪੁਰਾਤਨ ਸਰੂਪ ਬਹਾਲ ਕੀਤਾ ਜਾਵੇ। ਇਸ ਪ੍ਰਦਰਸ਼ਨ ਵਕਤ ਸ਼ਹੀਦ ਪਰਿਵਾਰ ਦੇ ਕਮਲ ਪੋਦਾਰ ਅਤੇ ਕਰਨਜੀਤ ਸਿੰਘ ਵੀ ਹਾਜ਼ਰ ਸਨ। ਇਸ ਵਿਵਾਦ ਦੇ ਬਾਰੇ ਜਲਿਆਂਵਾਲਾ ਬਾਗ ਯਾਦਗਾਰੀ ਟਰੱਸਟ ਦੇ ਮੈਂਬਰ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੁਖੀ ਤਰਲੋਚਨ ਸਿੰਘ ਨੇ ਕਿਹਾ ਕਿ ਇਹ ਮਾਮਲਾ ਕੇਂਦਰੀ ਸੱਭਿਆਚਾਰਕ ਵਿਭਾਗ ਦੇ ਸਕੱਤਰ ਕੋਲ ਮੈਂ ਚੁੱਕਾਂਗਾ ਤੇ ਆਮ ਲੋਕ ਵੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਸ ਵਿਰਾਸਤ ਦੇ ਇਤਿਹਾਸ ਨੂੰ ਹਟਾਉਣ ਦਾ ਦੋਸ਼ ਲਾਉਂਦਿਆਂ ਵਿਰੋਧ ਕਰ ਰਹੇ ਨੇ। ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਸੰਘਰਸ਼ ਕਰ ਰਹੇ ਜਿਹੜੇ ਕਿਸਾਨ ਹੈਗੇ ਨੇ ਸਿਰਫ ਬੀਜੇਪੀ ਦਾ ਘਿਰਾਓ ਕੀਤਾ ਜਾਵੇ। ਪੂਰੇ ਦੇਸ਼ ਦੇ ਵਿੱਚ ਕਿਸਾਨ ਜਿੱਥੇ ਵੀ ਵਿਰੋਧ ਕਰਦੇ ਨੇ ਉਹਨਾਂ ਸਾਰਿਆਂ ਨੂੰ ਸੁਨੇਹਾ ਦਿੱਤਾ ਹੈ ਕਿ ਸਿਰਫ ਬੀਜੇਪੀ ਦਾ ਘਿਰਾਓ ਤੇ ਬਾਕੀ ਪਾਰਟੀਆਂ ਦੇ ਲੀਡਰਾਂ ਨੂੰ ਸਵਾਲ ਪੁੱਛੇ ਜਾਣ। ਰਾਜੇਵਾਲ ਨੇ ਸਾਫ਼-ਸਾਫ਼ ਕਿਹਾ ਹੈ ਕਿ ਬੀਜੇਪੀ ਲੀਡਰਾਂ ਨੂੰ ਤਾਂ ਪਿੰਡਾਂ ਵਿੱਚ ਤੁਸੀਂ ਵੜਨ ਨਾ ਦਿਓ, ਉਹਨਾਂ ਦਾ ਘਿਰਾਓ ਕੀਤਾ ਜਾਵੇ, ਪਰ ਕਿਉਂਕਿ ਅਸੀਂ ਪੰਜਾਬ ਦੇ ਪੁੱਤਰ ਹਾਂ ਇਸ ਕਰਕੇ ਮਰਿਆਦਾ ਦੀ ਪਾਲਣਾ ਵੀ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਬਾਕੀ ਸਾਰੀਆਂ ਪਾਰਟੀਆਂ ਦੇ ਲੀਡਰਾਂ ਕੋਲੋਂ ਸਵਾਲ ਜ਼ਰੂਰ ਪੁੱਛੋ ਪਰ ਘਿਰਾਓ ਨਾ ਕਰੋ। ਰਾਜੇਵਾਲ ਨੇ ਸਾਰੀਆਂ ਸਿਆਸੀ ਪਾਰਟੀਆਂ ਤੇ ਕਿਸਾਨੀ ਸੰਘਰਸ਼ ਨੂੰ ਤਾਰ-ਪੀੜੋ ਕਰਨ ਦੀਆਂ ਕੋਸ਼ਿਸ਼ਾਂ ਦੇ ਦੋਸ਼ ਵੀ ਲਾਏ ਨੇ। ਕਿਸਾਨੀ ਘੋਲ ਦਾ ਪੰਜਾਬ ਦੇ ਵਿੱਚ ਅਸਰ ਐਸਾ ਹੋਇਆ ਹੈ ਕਿ ਅਡਾਨੀ ਗਰੁੱਪ ਦੇ ਪੈਰ ਨੇ ਜਿਹੜੇ ਉਹ ਪੰਜਾਬ ਦੇ ਵਿੱਚੋਂ ਉਖੜ ਗਏ ਨੇ। ਅਡਾਨੀਆਂ ਨੇ ਹੋਰ ਕਿਹੜਾ ਜਿਹੜਾ ਆਪਣਾ ਸਾਇਲੋ ਬੰਦ ਕੀਤਾ ਹੈ ਉਹ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਾਂਗੇ। ਤੇ ਕਿਲ੍ਹਾ ਰਾਏਪੁਰ ਦੇ ਵਿੱਚ ਅਡਾਨੀਆਂ ਦੀ ਜਿਹੜੀ ਖੁਸ਼ਕ ਬੰਦਰਗਾਹ ਬਣੀ ਹੋਈ ਹੈ ਉਹਦੇ ਵਿੱਚ ਪੰਜਾਬ ਕੰਟੇਨਰ ਸਰਵਿਸ ਨੇ ਭਾਰੀ ਮਸ਼ੀਨਰੀ ਦਾ ਇਕਰਾਰ ਵੀ ਰੱਦ ਕਰ ਦਿੱਤਾ ਹੈ। ਅਡਾਨੀ ਗਰੁੱਪ ਦੇ ਨਾਲ ਕੋਈ ਸਾਂਝ ਨਾ ਰੱਖਣ ਦਾ ਕਿਸਾਨਾਂ ਨੂੰ ਪੰਜਾਬ ਕੰਟੇਨਰ ਸਰਵਿਸ ਨੇ ਭਰੋਸਾ ਵੀ ਦਿੱਤਾ ਹੈ ਤੇ ਪੰਜਾਬ ਕੰਟੇਨਰ ਦੇ ਆਪਰੇਟਰਾਂ ਨੇ ਜਿਹੜੀ ਮਸ਼ੀਨਰੀ ਹੈਗੀ ਹੈ ਖੁਸ਼ਕ ਬੰਦਰਗਾਹ ਤੋਂ ਬਾਹਰ ਕੱਢ ਲਈ ਹੈ। ਇਸ ਤੋਂ ਪਹਿਲਾਂ ਅਡਾਨੀ ਗਰੁੱਪ ਨੇ 24 ਜੁਲਾਈ ਨੂੰ ਇਸ ਖੁਸ਼ਕ ਬੰਦਰਗਾਹ ਤੋਂ ਆਪਣੇ ਫੱਟੇ ਯਾਨੀ ਕਿ ਸਾਈਨ ਬੋਰਡ ਵੀ ਲਾ ਲਏ ਸੀ ਤੇ ਕਿਸਾਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਗਰੁੱਪ ਦੇ ਨਾਲ ਕੰਮ ਕਰਨ ਵਾਲੀਆਂ ਹੋਰ ਜਿਹੜੀਆਂ ਨਿੱਜੀ ਕੰਪਨੀਆਂ ਹੈਗੀਆਂ ਨੇ ਉਹਨਾਂ ਨੇ ਵੀ ਹੱਥ ਆਪਣੇ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਨੇ, ਕੰਟਰੈਕਟ ਰੱਦ ਕਰਨੇ ਸ਼ੁਰੂ ਕਰ ਦਿੱਤੇ ਨੇ ਇਸ ਗਰੁੱਪ ਦੇ ਨਾਲ। ਲੋਕਾਂ ਦੀ ਹਿਤੈਸ਼ੀ ਬਣਦੀ ਮੋਦੀ ਸਰਕਾਰ ਨੇ ਗੈਸ ਸਿਲੰਡਰ ਦੇ ਭਾਅ ਵਿੱਚ ਪਿਛਲੇ 2 ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਤੀਜੀ ਵਾਰੀ ਵਾਧਾ ਕਰ ਦਿੱਤਾ ਤੇ ਗੈਸ ਸਿਲੰਡਰ ਹੁਣ 25 ਰੁਪਏ ਹੋਰ ਮਹਿੰਗਾ ਹੋ ਗਿਆ। ਹਰਿਆਣਾ ਦੇ ਕਰਨਾਲ ਦੇ ਵਿੱਚ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਐਸਡੀਐਮ ਦਾ ਹਰਿਆਣਾ ਸਰਕਾਰ ਨੇ ਤਬਾਦਲਾ ਕਰ ਦਿੱਤਾ ਹੈ ਪਰ ਬਰਖਾਸਤ ਨਹੀਂ ਕੀਤਾ। ਕਰਨਾਲ ਦੇ ਐਸਡੀਐਮ ਆਯੂਸ਼ ਸਿਨਹਾ ਸਣੇ 19 ਆਈਏਐਸ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ ਹੈ। ਸਿਨਹਾ ਨੂੰ ਕਰਨਾਲ ਦੇ ਐਸਡੀਐਮ ਤੋਂ ਬਦਲ ਕੇ ਨਾਗਰਿਕ ਸਰੋਤ ਸੂਚਨਾ ਵਿਭਾਗ ਦਾ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦੇਣ ਵਾਲੇ ਇਸ ਐਸਡੀਐਮ ਨੂੰ ਕਿਸਾਨ ਲਗਾਤਾਰ ਬਰਖਾਸਤ ਕਰਨ ਦੀ ਮੰਗ ਕਰ ਰਹੇ ਨੇ ਤੇ 6 ਸਤੰਬਰ ਤੱਕ ਅਲਟੀਮੇਟਮ ਵੀ ਦਿੱਤਾ ਹੋਇਆ। ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਦੱਸਿਆ
कि 18 ਏਜੰਡੇ ਤੇ ਹੀ ਇਹ ਮੀਟਿੰਗ ਹੈ ਜਿਹੜੀ ਉਹ ਕੇਂਦਰਿਤ ਰਹੀ ਹੈ। ਬਿਜਲੀ ਸਮਝੌਤੇ ਸਾਰੇ ਰੱਦ ਕਿਉਂ ਨਹੀਂ ਕੀਤੇ ਜਾ ਸਕਦੇ, ਉਸ ਬਾਰੇ ਕੈਪਟਨ ਨੇ ਹਰੀਸ਼ ਰਾਵਤ ਨੂੰ ਜਾਣਕਾਰੀ ਦਿੱਤੀ ਹੈ। ਕਰੀਬ 3.5 ਘੰਟੇ ਇਹ ਬੈਠਕ ਚੱਲੀ ਤੇ ਬੈਠਕ ਤੋਂ ਬਾਅਦ ਜਦੋਂ ਮੀਡੀਆ ਨੂੰ ਸੰਬੋਧਨ ਕੀਤਾ, ਜਾਣਕਾਰੀ ਦਿੱਤੀ ਹਰੀਸ਼ ਰਾਵਤ ਨੇ, ਤਾਂ ਇਸ ਤਰ੍ਹਾਂ ਕੁਝ ਨਹੀਂ ਲੱਗਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੀ ਪੰਜਾਬ ਦੇ ਵਿੱਚ ਬਗਾਵਤ ਉੱਠੀ ਸੀ, ਉਸ ਬਗਾਵਤ ਦਾ ਹਾਈ ਕਮਾਂਡ ਤੇ ਕੋਈ ਅਸਰ ਹੋਇਆ ਹੈ। ਸਿੱਧਾ ਰਾਵਤ ਨੇ ਕਹਿ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਬਦਲਿਆ ਜਾਏਗਾ, ਕੋਈ ਹੋਰ ਮੁੱਖ ਮੰਤਰੀ ਨਹੀਂ ਲਾਇਆ ਜਾਏਗਾ ਤੇ ਚੋਣਾਂ ਦੇ ਵਿੱਚ ਵੀ ਕੋਈ ਹੋਰ ਚਿਹਰਾ ਜਿਹੜਾ ਉਹ ਨਹੀਂ ਲਿਆਂਦਾ ਜਾਏਗਾ। ਯਾਨੀ ਕਿ ਸਿੱਧੂ ਧੜੇ ਨੂੰ ਜਿਹੜਾ ਝਟਕਾ ਜ਼ਰੂਰ ਦਿੱਤਾ ਹਾਈ ਕਮਾਂਡ ਨੇ। ਸੁਖਬੀਰ ਬਾਦਲ ਨੇ ਕੱਲ ਮੌੜ ਹਲਕੇ ਤੋਂ ਜਗਮੀਤ ਬਰਾੜ ਨੂੰ ਉਮੀਦਵਾਰ ਐਲਾਨ ਕੇ ਦੱਸ ਦਿੱਤਾ ਸਿਕੰਦਰ ਸਿੰਘ ਮਲੂਕਾ ਨੂੰ ਕਿ ਪਾਰਟੀ ਦੇ ਵਿੱਚ ਜਿਹੜਾ ਵੀ ਬਗਾਵਤ ਕਰੇਗਾ ਉਸ ਨੂੰ ਅਸੀਂ ਟਿੱਚ ਨਹੀਂ ਜਾਣਦੇ। ਉਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਨੇ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮ ਕਰਨ ਅਤੇ ਫੈਸਲੇ ਲੈਣ ਦੇ ਢੰਗ ਤੇ ਸਵਾਲੀਆ ਨਿਸ਼ਾਨ ਲਾਏ ਨੇ। ਕਿਹਾ ਕਿ ਬਾਦਲ ਅਤੇ ਸੁਖਬੀਰ ਦੇ ਕੰਮਕਾਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਮਲੂਕਾ ਨੇ ਇਹ ਵੀ ਦੁਹਰਾਇਆ ਕਿ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਮੇਰਾ ਪੁੱਤਰ ਹੀ ਚੋਣ ਲੜੂਗਾ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਮੈਂ ਨਹੀਂ ਲੜੂੰਗਾ। ਕੱਲ ਸੁਖਬੀਰ ਬਾਦਲ ਦਾ ਲੁਧਿਆਣਾ ਜ਼ਿਲ੍ਹੇ ਵਿੱਚ ਅਤੇ ਬਿਕਰਮ ਮਜੀਠੀਆ ਦਾ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਵਿਰੋਧ ਕੀਤਾ ਗਿਆ। ਕਿਸਾਨ ਮਜੀਠੀਆ ਦਾ ਵਿਰੋਧ ਕਰਦੇ ਰਹੇ, ਸਵਾਲ ਪੁੱਛਦੇ ਰਹੇ, ਪਰ ਮਜੀਠੀਆ ਆਪਣੀ ਗੱਡੀ ਦੇ ਵਿੱਚ ਹੱਥ ਜੋੜ ਕੇ ਬੈਠੇ ਰਹੇ, ਨਾ ਬਾਹਰ ਨਿਕਲੇ ਨਾ ਕੁਝ ਬੋਲੇ, ਬਸ ਹੱਥ ਜੋੜ ਕੇ ਆਪਣੇ ਆਪ ਨੂੰ ਕਾਬੂ ਕਰਕੇ ਬੈਠੇ ਰਹੇ। ਸੰਯੁਕਤ ਕਿਸਾਨ ਮੋਰਚੇ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਪੁਲਿਸ ਪੰਜਾਬ ਦੇ ਕਿਸਾਨਾਂ ਨੂੰ ਹੁਣ ਮੁੜ ਤੋਂ ਨੋਟਿਸ ਭੇਜ ਰਹੀ ਹੈ, ਜਿਹੜਾ ਕਿ ਗੈਰ ਕਾਨੂੰਨੀ ਹੈ ਅਤੇ ਭੜਕਾਊ ਹੈ। ਤੇ ਕਿਸਾਨਾਂ ਦੇ ਲੀਗਲ ਪੈਨਲ ਨੇ ਕਿਸਾਨਾਂ ਨੂੰ ਇਹ ਸੁਨੇਹਾ ਭੇਜਿਆ ਕਿ ਜਿਹੜੇ ਵੀ ਕਿਸਾਨਾਂ ਨੂੰ ਦਿੱਲੀ ਪੁਲਿਸ ਦੇ ਵੱਲੋਂ ਨੋਟਿਸ ਆਇਆ ਹੈ, ਕੋਈ ਵੀ ਕਿਸਾਨ ਪੁਲਿਸ ਮੂਹਰੇ ਪੇਸ਼ ਨਾ ਹੋਵੇ, ਅਸੀਂ ਆਪਣੇ ਆਪ ਮਸਲਾ ਹੱਲ ਕਰਾਂਗੇ। ਇਹ ਸਾਰੇ ਨੋਟਿਸ ਨੇ ਜਿਹੜੇ 26 ਜਨਵਰੀ ਦੀ ਘਟਨਾ ਤਹਿਤ ਭੇਜੇ ਜਾ ਰਹੇ ਨੇ, ਦਫਾ 160 CRPC ਤਹਿਤ ਭੇਜੇ ਜਾ ਰਹੇ ਨੇ ਤੇ ਕਿਸਾਨਾਂ ਦੇ ਲੀਗਲ ਪੈਨਲ ਨੇ ਇਸ ਨੂੰ ਗੈਰ ਕਾਨੂੰਨੀ ਦੱਸ ਦਿੱਤਾ। ਯੂਪੀ ਦੇ ਮੁਜ਼ੱਫਰਪੁਰ ਦੇ ਵਿੱਚ 5 ਸਤੰਬਰ ਨੂੰ ਵੱਡੀ ਰੈਲੀ ਹੋਣ ਜਾ ਰਹੀ ਹੈ ਤੇ ਪੂਰੇ ਦੇਸ਼ ਦੇ ਵਿੱਚ ਕਿਸਾਨ ਇਸ ਰੈਲੀ ਦੇ ਵਿੱਚ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਦੇ ਲਈ ਲਾਮਬੰਦੀ ਕਰ ਰਹੇ ਨੇ। ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸਟੂਡੈਂਟ ਕਿਸਾਨ ਮਜ਼ਦੂਰ ਸੰਯੁਕਤ ਸੰਮੇਲਨ ਕਰਵਾਇਆ ਗਿਆ, ਜਿਹਦੇ ਵਿੱਚ ਡਾਕਟਰ ਦਰਸ਼ਨਪਾਲ ਅਤੇ ਬਲਵੀਰ ਸਿੰਘ ਰਾਜੇਵਾਲ ਖਾਸ ਤੌਰ ਤੇ ਪਹੁੰਚੇ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਕਰਨ ਲਈ ਵਿਧਾਨ ਸਭਾ ਵਿੱਚ ਪ੍ਰਾਈਵੇਟ ਮੈਂਬਰ ਰਾਹੀਂ ਬਿੱਲ ਲਿਆਉਣ ਦੀ ਮੰਗ ਸੰਬੰਧੀ ਕੱਲ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ। ਬੈਂਸ ਨੇ ਦੱਸਿਆ ਕਿ ਅਸੀਂ ਮੰਗ ਪੱਤਰ ਦੇ ਵਿੱਚ ਕਿਹਾ ਕਿ ਖਸਖਸ ਦੀ ਖੇਤੀ ਨੂੰ ਪ੍ਰਾਈਵੇਟ ਮੈਂਬਰ ਬਿੱਲ ਰਾਹੀਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇ ਤੇ ਖਸਖਸ ਦੀ ਖੇਤੀ ਨੂੰ ਪੰਜਾਬ ਦੇ ਵਿੱਚ ਇਜਾਜ਼ਤ ਮਿਲਣ ਨਾਲ ਛੋਟੇ ਕਿਸਾਨਾਂ ਨੂੰ ਆਰਥਿਕ ਮੰਦੀ ਚੋਂ ਬਾਹਰ ਕੱਢਣ ਅਤੇ ਕਰਜ਼ਾ ਮੁਕਤ ਕਰਨ ਦੇ ਵਿੱਚ ਮਦਦ ਮਿਲੇਗੀ। ਬੈਂਸ ਨੇ ਕਿਹਾ ਇਹਦੇ ਨਾਲ ਕਿਸਾਨਾਂ ਦੀ ਆਰਥਿਕ ਮਦਦ ਤਾਂ ਹੋਵੇਗੀ ਹੀ, ਨਾਲ ਹੀ ਧਰਤੀ ਹੇਠਲਾ ਪਾਣੀ ਬਚਾਉਣ ਦੇ ਵਿੱਚ ਵੀ ਮਦਦ ਮਿਲੇਗੀ। ਇਸ ਖੇਤੀ ਨਾਲ ਪੰਜਾਬ 'ਚ ਨਸ਼ੇ ਦੀ ਮਾਰ ਤੇ ਡਰੱਗ ਮਾਫੀਆ ਦੇ ਨਸ਼ੇ ਦੇ ਕਾਰੋਬਾਰ ਨੂੰ ਤੋੜਨ ਅਤੇ ਮਾਫੀਆ ਦੇ ਕੰਟਰੋਲ ਨੂੰ ਤੋੜਨ ਦੇ ਹੱਲ ਦਾ ਰਾਹ ਵੀ ਸੌਖਾ ਨਿਕਲਦਾ ਹੈ। ਤੇ ਕੱਲ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾ ਸੈਸ਼ਨ ਜਿਹੜਾ ਬੁਲਾਇਆ ਗਿਆ, ਉਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਇਹ ਵੀ ਮੰਗ ਕਰ ਰਹੀਆਂ ਨੇ ਕਿ ਇਸ ਸੈਸ਼ਨ ਨੂੰ ਵਧਾਇਆ ਜਾਵੇ, ਪਰ ਇੱਕ ਦਿਨਾ ਸੈਸ਼ਨ ਹੈ ਜਿਹੜਾ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੁਲਾਇਆ ਗਿਆ ਹੈ। ਚੰਡੀਗੜ੍ਹ ਦੇ ਵਿੱਚ ਕੱਲ ਜੋ ਹੁਕਮ ਚਾੜਿਆ ਗਿਆ ਸੀ ਕਿ ਬਿਨਾਂ ਕਰੋਨਾ ਟੈਸਟ ਜਾਂ ਬਿਨਾਂ ਵੈਕਸੀਨ ਤੋਂ ਜਿਹੜੇ ਲੋਕ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਉਹ ਦਾਖਲ ਨਹੀਂ ਹੋ ਸਕਦੇ, ਉਹਨਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ ਤੇ ਇਹ ਹੁਕਮ ਹੈ ਜਿਹੜਾ ਲਾਗੂ ਵੀ ਹੋ ਚੁੱਕਿਆ ਹੈ। ਜਿਹੜਾ ਨਿਗਮ ਦਫ਼ਤਰਾਂ ਦੇ ਵਿੱਚ ਵੀ ਹੁਣ ਉਹਨਾਂ ਲੋਕਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਜਿਨ੍ਹਾਂ ਦੇ ਟੀਕਾ ਨਹੀਂ ਲੱਗਿਆ, ਵੈਕਸੀਨ ਨਹੀਂ ਲੱਗੀ ਜਾਂ ਫਿਰ ਜਿਨ੍ਹਾਂ ਦਾ ਕਰੋਨਾ ਟੈਸਟ ਨੈਗੇਟਿਵ ਨਹੀਂ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਤੇ ਸਭ ਤੋਂ ਪਹਿਲਾਂ ਤੁਹਾਨੂੰ ਮੀਂਹ ਦੀ ਗੱਲ ਦੱਸ ਦਿੰਦੇ ਹਾਂ, ਬਾਰਿਸ਼ ਦੀ ਗੱਲ ਦੱਸ ਦਿੰਦੇ ਹਾਂ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮੁਲਕ ਦੇ ਵਿੱਚ ਸਤੰਬਰ ਦੇ ਵਿੱਚ ਆਉਣ ਵਾਲੇ ਮਹੀਨੇ ਦੇ ਜਿਹੜਾ ਮਹੀਨਾ ਸ਼ੁਰੂ ਹੋਇਆ ਉਸ ਮਹੀਨੇ ਦੇ ਵਿੱਚ ਆਮ ਦੇ ਨਾਲੋਂ ਵੱਧ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਸਤ ਦੇ ਵਿੱਚ ਆਮ ਨਾਲੋਂ 24% ਘੱਟ ਮੀਂਹ ਦਰਜ ਕੀਤਾ ਗਿਆ ਤੇ ਇਹ ਕਮੀ ਹੁਣ ਸਤੰਬਰ ਦੇ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਚ ਮੀਂਹ ਪੈਂਦਾ ਤੁਹਾਨੂੰ ਦਿਖਾ ਵੀ ਦਿੰਦੇ ਆ। ਜਲੰਧਰ ਜ਼ਿਲ੍ਹੇ ਦੇ ਵਿੱਚ ਮੌਸਮ ਖੁਸ਼ਗਵਾਰ ਹੋਇਆ। ਬੰਗਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਛਮ-ਛਮ ਮੀਂਹ ਜਿਹੜਾ ਪੈ ਰਿਹਾ ਹੈ, ਪਰ ਮਾਲਵਾ ਪੱਟੀ ਨੂੰ ਹੁਣ ਮੀਂਹ ਦੀ ਲੋੜ ਨਹੀਂ ਹੈਗੀ ਕਿਉਂਕਿ ਨਰਮੇ ਖਿੜ ਚੁੱਕੇ ਨੇ, ਲੋਕ ਚੁਗ ਰਹੇ ਨੇ ਤੇ ਮੰਡੀਆਂ ਦੇ ਵਿੱਚ ਨਰਮੇ ਦੀ ਫਸਲ ਪਹੁੰਚ ਰਹੀ ਹੈ। ਸੋ ਮੌਸਮ ਵਿਭਾਗ ਨੇ ਕਹਿ ਦਿੱਤਾ ਕਿ ਇਸ ਮਹੀਨੇ ਮੀਂਹ ਹੈ ਜਿਹੜਾ ਆਮ ਨਾਲੋਂ ਵੱਧ ਪੈਣ ਵਾਲਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਸ਼ਾ ਤਸਕਰੀ ਨਾਲ ਸੰਬੰਧਿਤ STF ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਾਲਾ ਲਿਫਾਫਾ ਬੁੱਧਵਾਰ ਨੂੰ ਫਿਰ ਖੁੱਲਣ ਤੋਂ ਰਹਿ ਗਿਆ। ਕੇਸ ਦੀ ਸੁਣਵਾਈ ਕਰ ਰਹੇ ਡਬਲ ਬੈਂਚ ਦੇ 2 ਜੱਜਾਂ ਦੇ ਵਿੱਚੋਂ ਇੱਕ ਜਸਟਿਸ ਤਿਵਾੜੀ ਨੇ ਕੇਸ ਤੇ ਸੁਣਵਾਈ ਕਰਨ ਤੋਂ ਅਸਮਰੱਥਾ ਜ਼ਾਹਿਰ ਕਰਦਿਆਂ ਕਿਸੇ ਹੋਰ ਜੱਜ ਨੂੰ ਕੇਸ ਦੇਣ ਦੀ ਮੰਗ ਰੱਖ ਦਿੱਤੀ। ਕੇਸ ਦੀ ਪਿਛਲੀ ਸੁਣਵਾਈ ਵੇਲੇ ਜਸਟਿਸ ਤਿਵਾੜੀ ਛੁੱਟੀ ਤੇ ਸਨ, ਜਿਸ ਕਰਕੇ ਕੇਸ 1 ਸਤੰਬਰ ਲਈ ਮੁਕਰਰ ਕੀਤਾ ਗਿਆ ਸੀ। ਡਬਲ ਬੈਂਚ ਦੇ ਲਈ ਜਸਟਿਸ ਤਿਵਾੜੀ ਦੀ ਥਾਂ ਹੁਣ ਨਵੇਂ ਜੱਜ ਦੀ ਨਿਯੁਕਤੀ ਤੋਂ ਬਾਅਦ ਹੀ ਕੇਸ ਤੇ ਸੁਣਵਾਈ ਸੰਭਵ ਹੋ ਸਕੇਗੀ। ਵੱਡਾ ਸਵਾਲ ਹੈ ਕਿ ਆਖਿਰਕਾਰ ਇਸ ਕੇਸ ਨੂੰ ਕੋਈ ਜੱਜ ਕਿਉਂ ਨਹੀਂ ਖੋਲਣਾ ਚਾਹੁੰਦਾ। STF ਦੀ ਰਿਪੋਰਟ ਪਿਛਲੇ 2.5 ਸਾਲਾਂ ਤੋਂ ਬੰਦ ਕਰਕੇ ਲਿਫਾਫੇ ਦੇ ਵਿੱਚ ਰੱਖੀ ਪਈ ਹੈ, ਕਿਉਂ ਨਹੀਂ ਖੁੱਲ ਰਹੀ। ਇੱਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਆਸ ਜਤਾਈ ਸੀ ਕਿ STF ਦੀ ਰਿਪੋਰਟ ਅਦਾਲਤ ਦੇ ਵਿੱਚ ਖੁੱਲੂਗੀ ਤੇ ਦੇਖਦੇ ਹਾਂ ਕਿ ਉਹਦੇ ਵਿੱਚੋਂ ਕੀ ਨਿਕਲੂਗਾ। ਉਹਨਾਂ ਨੇ ਆਸ ਜਤਾਈ ਸੀ ਕਿ ਨਸ਼ੇ ਦੇ ਜਿਹੜੇ ਵੱਡੇ ਤਸਕਰ ਹੈਗੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇੜੀ ਬਣਾ ਦਿੱਤਾ, ਪੰਜਾਬ ਦੇ ਜ਼ਿਆਦਾਤਰ ਨੌਜਵਾਨਾਂ ਨੂੰ ਨਸ਼ਿਆਂ ਵੱਲ ਲਾ ਦਿੱਤਾ, ਚਿੱਟੇ ਵੱਲ ਧੱਕ ਦਿੱਤਾ, ਉਹਨਾਂ ਦਾ ਜਿਹੜਾ ਅਸਲੀ ਜਿਹੜਾ ਮੁਜਰਮ ਹੈਗਾ ਉਹਦਾ ਸ਼ਾਇਦ ਪਤਾ ਲੱਗ ਜਾਊਗਾ, ਪਰ ਨਹੀਂ ਲੱਗ ਸਕਿਆ। ਇਸ ਦਰਮਿਆਨ ਇਹ ਖਬਰਾਂ ਆਈਆਂ ਕਿ STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਸਿਸਵਾ ਫਾਰਮ ਹਾਊਸ ਪਹੁੰਚੇ। AG ਅਤੁਲ ਨੰਦਾ ਅਤੇ DGP ਦਿਨਕਰ ਗੁਪਤਾ ਵੀ ਪਹੁੰਚੇ। CM ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੀ ਸਿਸਵਾ ਫਾਰਮ ਹਾਊਸ ਦੇ ਵਿੱਚ ਪਹੁੰਚੇ। ਉਸ ਵਕਤ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਵਿਚਾਲੇ ਬੈਠਕ ਹੋ ਰਹੀ ਸੀ ਤੇ STF ਮੁਖੀ ਹਰਪ੍ਰੀਤ ਸਿੱਧੂ ਦੇ ਨਾਲ ਜਿਹੜੇ ਹੋਰ ਵੱਡੇ ਅਧਿਕਾਰੀ ਪਹੁੰਚੇ ਨੇ, ਉਹਨਾਂ ਦੇ ਪਹੁੰਚਣ ਦਾ ਕੀ ਕਾਰਨ ਹੈ। ਉਸੇ ਦਿਨ ਹੀ ਜਦੋਂ STF ਦੀ ਰਿਪੋਰਟ ਨੇ ਅਦਾਲਤ ਦੇ ਵਿੱਚ ਖੁੱਲਣਾ ਸੀ, ਨਹੀਂ ਖੁੱਲ ਸਕੀ। ਉਸੇ ਦਿਨ ਹੀ STF ਦੇ ਮੁਖੀ ਉੱਥੇ ਪਹੁੰਚਦੇ ਨੇ ਕਿਉਂਕਿ ਹਰਪ੍ਰੀਤ ਸਿੰਘ ਸਿੱਧੂ ਨੇ ਹੀ ਇਹ ਰਿਪੋਰਟ ਹੈ ਜਿਹੜੀ ਉਹ ਤਿਆਰ ਕੀਤੀ ਸੀ, ਪਰ ਰਿਪੋਰਟ ਹਾਲੇ ਤੱਕ ਖੁੱਲ ਨਹੀਂ ਸਕੀ। ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕਰ ਦਿੱਤਾ ਹੈ ਤੇ ਹੁਣ ਬਿਨਾਂ ਸਬਸਿਡੀ ਵਾਲੇ 14 ਕਿਲੋ 200 ਗ੍ਰਾਮ ਵਾਲੇ ਸਿਲੰਡਰ ਦੀ ਕੀਮਤ 884 ਰੁਪਏ 50 ਪੈਸੇ ਹੋ ਗਈ ਹੈ। 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 75 ਰੁਪਏ ਦਾ ਵਾਧਾ ਕੀਤਾ ਗਿਆ। ਦਿੱਲੀ ਦੇ ਵਿੱਚ ਹੁਣ ਇਹ ਸਿਲੰਡਰ 1693 ਰੁਪਏ ਦਾ ਹੋਏਗਾ। ਨਵੀਆਂ ਦਰਾਂ ਨੇ ਜਿਹੜੀਆਂ 1 ਸਤੰਬਰ ਤੋਂ ਲਾਗੂ ਕਰ ਦਿੱਤੀਆਂ ਗਈਆਂ ਨੇ, ਯਾਨੀ ਕਿ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤ 'ਚ 25 ਰੁਪਏ ਤੇ ਕਮਰਸ਼ੀਅਲ ਸਿਲੰਡਰਾਂ ਦੀ ਕੀਮਤ ਵਿੱਚ 75 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਮਹਿੰਗਾਈ ਘਟਣ ਦੀ ਖਬਰ ਅਸੀਂ ਤੁਹਾਨੂੰ ਸੁਣਾਈਏ, ਉਹ ਦਿਨ ਸ਼ਾਇਦ ਕਦੇ ਨਹੀਂ ਆਉਣਾ। ਇੱਥੇ ਇਸ ਮੁਲਕ ਦੇ ਵਿੱਚ ਮਹਿੰਗਾਈ ਵਧਣ ਦੀਆਂ ਹੀ ਖਬਰਾਂ ਸੁਣਾਉਣੀਆਂ ਪੈਂਦੀਆਂ ਨੇ। ਕੋਵਿਡ ਦੇ ਨਾਲ ਜੁੜੀ ਇੱਕ ਵੱਡੀ ਖਬਰ ਹੈ। WHO ਨੇ ਇੱਕ ਵੱਡਾ ਬਿਆਨ ਦਿੱਤਾ ਹੈ। WHO ਨੇ ਕਿਹਾ ਕਿ ਕੋਵਿਡ ਤੋਂ ਵੀ ਵੱਧ ਖਤਰਨਾਕ ਵੇਰੀਐਂਟ MU ਸਾਹਮਣੇ ਆਇਆ ਹੈ ਤੇ ਇਹਦੇ ਤੇ ਵੈਕਸੀਨ ਵੀ ਬੇਅਸਰ ਹੋ ਸਕਦੀ ਹੈ। WHO ਨੇ ਕਿਹਾ ਕਿ ਸਾਡੇ ਵਿਗਿਆਨੀ MU ਨਾਮੀ ਇੱਕ ਨਵੇਂ ਕਿਸਮ ਦੇ ਕਰੋਨਾ ਵਾਇਰਸ ਵੇਰੀਐਂਟ ਦੀ ਨਿਗਰਾਨੀ ਕਰ ਰਹੇ ਨੇ, ਯਾਨੀ ਕਿ ਕੋਵਿਡ ਦਾ ਹੀ ਵੇਰੀਐਂਟ ਹੈਗਾ, ਇਹਦਾ ਨਾਮ MU ਹੈਗਾ, ਪਰ ਇਹ ਬੜਾ ਖਤਰਨਾਕ ਹੈ, ਜਿੱਤੇ ਟੀਕੇ ਨੇ ਵੀ ਅਸਰ ਨਹੀਂ ਕਰਨਾ। WHO ਦਾ ਕਹਿਣਾ ਹੈਗਾ। ਇਹ ਹੁਣ ਸੱਚ ਵੀ ਹੋ ਸਕਦਾ ਤੇ ਨਹੀਂ ਵੀ ਹੋ ਸਕਦਾ ਕਿਉਂਕਿ WHO ਪਿਛਲੇ ਸਮੇਂ ਦੇ ਦੌਰਾਨ ਜਦੋਂ ਤੋਂ ਕਰੋਨਾ ਆਇਆ ਹੈ ਆਪਣੇ ਬਿਆਨਾਂ ਤੋਂ ਕਈ ਵਾਰ ਪਲਟਦਾ ਰਿਹਾ ਹੈ, ਜਿਵੇਂ ਕਿ ਮਾਸਕ ਪਹਿਨਣ ਨੂੰ ਲੈ ਕੇ ਜਿਹੜੇ ਦਿੱਤੇ ਬਿਆਨ ਸੀਗੇ ਤੇ WHO ਦੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਖਾਸ ਤੌਰ ਤੇ ਆਲੋਚਨਾ ਕਰਦੇ ਰਹੇ ਨੇ। ਇਹਨਾਂ ਨੇ ਕਿਹਾ ਕਿ ਇਸ ਵੇਰੀਐਂਟ ਦੀ ਪਛਾਣ ਪਹਿਲੀ ਵਾਰੀ ਜਨਵਰੀ 2021 ਦੇ ਵਿੱਚ ਕੋਲੰਬੀਆ ਦੇ ਵਿੱਚ ਕੀਤੀ ਗਈ ਸੀ। ਇਸ ਵੇਰੀਐਂਟ ਨੂੰ ਵਿਗਿਆਨਕ ਰੂਪ ਦੇ ਨਾਲ B1621 ਦੇ ਰੂਪ 'ਚ ਜਾਣਿਆ ਜਾਂਦਾ ਹੈ। WHO ਨੇ ਮੰਗਲਵਾਰ ਨੂੰ ਆਪਣੇ ਹਫ਼ਤਾਵਾਰੀ ਬੁਲੇਟਿਨ ਦੇ ਵਿੱਚ, ਮਹਾਮਾਰੀ ਬੁਲੇਟਿਨ ਦੇ ਵਿੱਚ ਇਹ ਗੱਲਾਂ ਕਹੀਆਂ ਨੇ। WHO ਨੇ ਕਿਹਾ ਕਿ ਵੇਰੀਐਂਟ ਦੇ ਵਿੱਚ ਜਿਹੜਾ ਮਿਊਟੇਸ਼ਨ ਹੈ ਉਹ ਟੀਕਿਆਂ ਦੇ ਬੇਅਸਰ ਕਰਨ ਦਾ ਸੰਕੇਤ ਵੀ ਦੇ ਰਿਹਾ ਹੈ। ਨਵਾਂ ਵਾਇਰਸ ਮਿਊਟੇਸ਼ਨ ਦੇ ਉੱਭਰਨ ਤੋਂ ਬਾਅਦ ਵਿਸ਼ਵ ਪੱਧਰ ਤੇ ਜਿਹੜਾ ਇਹਦੀ ਚਿੰਤਾ ਵੱਧ ਗਈ ਹੈ ਕਿ ਇਹ ਵਾਇਰਸ ਡੈਲਟਾ ਵੇਰੀਐਂਟ ਤੋਂ ਵੀ ਵੱਧ ਖਤਰਨਾਕ ਸਾਬਿਤ ਹੋ ਸਕਦਾ ਹੈ। ਖਾਸ ਕਰਕੇ ਇਹ ਵੇਰੀਐਂਟ ਉਹਨਾਂ ਲੋਕਾਂ ਦੇ ਵਿੱਚ ਫੈਲ ਸਕਦਾ ਹੈ ਜਿਨ੍ਹਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲਵਾਈ ਜਾਂ ਫਿਰ ਜਿਹੜੇ ਇਲਾਕਿਆਂ ਦੇ ਵਿੱਚ ਪਾਬੰਦੀਆਂ ਦੇ ਵਿੱਚ ਢਿੱਲ ਦੇ ਦਿੱਤੀ ਗਈ ਹੈ। WHO ਨੇ ਹਾਲ ਹੀ ਵਿੱਚ 4 COVID-19 ਵੇਰੀਐਂਟਸ ਦੀ ਪਛਾਣ ਕੀਤੀ ਹੈ, ਜਿਹਦੇ ਵਿੱਚ ਅਲਫਾ ਵੀ ਸ਼ਾਮਿਲ ਹੈ ਜੋ 193 ਮੁਲਕਾਂ ਦੇ ਵਿੱਚ ਮੌਜੂਦ ਹੈ। ਡੈਲਟਾ ਵੇਰੀਐਂਟ 170 ਦੇਸ਼ਾਂ ਦੇ ਵਿੱਚ ਮੌਜੂਦ ਹੈ। MU ਵੇਰੀਐਂਟ 5ਵਾਂ ਵੇਰੀਐਂਟ ਹੈ ਜਿਸ ਤੇ ਨਜ਼ਰ ਰੱਖੀ ਜਾ ਰਹੀ ਹੈ। ਕੋਲੰਬੀਆ ਦੇ ਵਿੱਚ ਪਾਏ ਜਾਣ ਤੋਂ ਬਾਅਦ MU ਵੇਰੀਐਂਟ ਨੂੰ ਹੋਰ ਦੱਖਣੀ ਅਮਰੀਕੀ ਦੇਸ਼ਾਂ ਅਤੇ ਯੂਰਪ ਦੇ ਵਿੱਚ ਵੀ ਦੇਖਿਆ ਗਿਆ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੁੱਧਵਾਰ ਨੂੰ ਗੱਲਬਾਤ ਕੀਤੀ, ਪਰ ਗੱਲਬਾਤ ਤੋਂ ਬਾਅਦ, ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਦੇ ਵਿੱਚ ਕੋਈ ਵੱਡੀ ਗੱਲ ਹੈ ਜਿਹੜੀ
ਜਿਹੜੀ ਉਹ ਨਹੀਂ ਕਹੀ ਹੈ। ਹਾਲਾਂਕਿ ਉਹਨਾਂ ਦੀ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੇ ਕੈਪਟਨ ਦੇ ਨਾਲ 18 ਨੁਕਾਤੀ ਏਜੰਡੇ ਦਾ ਸ਼ਾਇਦ ਅਪਡੇਟ ਲਈ ਹੈ ਕਿ ਜਿਹੜਾ 18 ਨੁਕਾਤੀ ਏਜੰਡਾ ਤੁਹਾਨੂੰ ਦਿੱਤਾ ਗਿਆ ਹੈ ਹਾਈ ਕਮਾਂਡ ਦੇ ਵੱਲੋਂ ਉਹ ਤੇ ਕਿੰਨਾ ਕੁ ਕੰਮ ਹੋਇਆ ਹੈ। ਹਰੀਸ਼ ਰਾਵਤ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਅਕਾਲੀ ਦਲ ਨੇ ਬਿਜਲੀ ਸਮਝੌਤੇ ਦਰਅਸਲ ਇਸ ਤਰ੍ਹਾਂ ਕੀਤੇ ਨੇ ਕਿ ਉਹਨਾਂ ਨੂੰ ਰੱਦ ਕਰਨਾ ਬਹੁਤਾ ਔਖਾ ਹੋ ਗਿਆ। ਹਾਲਾਂਕਿ ਰੱਦ ਕਰਨ ਦੇ ਲਈ ਅਸੀਂ ਟਰਾਈ ਕਰ ਰਹੇ ਹਾਂ। ਇੱਕ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹਿ ਦਿੱਤਾ ਸੀ ਕਿ ਸਾਰੇ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ ਕਿਉਂਕਿ ਪੰਜਾਬ ਨੂੰ ਜਿੰਨੀ ਬਿਜਲੀ ਦੀ ਲੋੜ ਹੈ ਉਹ ਫਿਰ ਅਸੀਂ ਹਾਸਲ ਨਹੀਂ ਕਰ ਸਕਾਂਗੇ। ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ। ਕੈਪਟਨ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਸੂਬੇ ਦੇ ਵਿੱਚ ਕਾਨੂੰਨਾਂ ਨੂੰ ਪਾਸ ਹੀ ਨਹੀਂ ਕੀਤਾ। ਕਹਿੰਦੇ ਮੈਂ ਕੈਪਟਨ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਬੱਸ ਪਰਮਿਟਾਂ ਨੂੰ ਲੈ ਕੇ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਤੇ ਜ਼ਰੂਰ ਕਾਰਵਾਈ ਕੀਤੀ ਜਾਵੇ। ਯਾਨੀ ਕਿ ਸੂਬੇ ਦੇ ਵਿੱਚ ਜੋ ਬੱਸਾਂ ਦਾ ਮਸਲਾ ਹੈ, ਟਰਾਂਸਪੋਰਟ ਦਾ ਮਸਲਾ ਹੈ, ਜਿਹਦੇ ਉੱਤੇ ਸਿਆਸਤਦਾਨਾਂ ਦਾ ਕਬਜ਼ਾ ਹੈ, ਉਸ ਤੇ ਵੀ ਗੱਲ ਹੋਈ ਹੈ। ਉਹਨਾਂ ਕਿਹਾ ਕਿ ਕੈਪਟਨ ਨੇ ਮੈਨੂੰ ਭਰੋਸਾ ਦਿਵਾਇਆ ਕਿ ਇਸ ਵੱਲ ਅਸੀਂ ਜਲਦੀ ਕਾਰਵਾਈ ਹੈ ਜਿਹੜਾ ਕਰਾਂਗੇ, ਇਸ ਵੱਲ ਸਾਡਾ ਧਿਆਨ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਸਾਡੀ ਪਾਰਟੀ ਦੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਅਸੀਂ ਕੰਮ ਕਰ ਰਹੇ ਹਾਂ। ਪਾਰਟੀ ਪ੍ਰਧਾਨ ਨੂੰ ਅਸੀਂ ਸਾਰੀ ਗੱਲ ਦੱਸ ਦਿੱਤੀ ਹੈ, ਯਾਨੀ ਕਿ ਸਿੱਧੂ ਨੂੰ ਵੀ ਸਾਰੀ ਗੱਲ ਦੱਸ ਦਿੱਤੀ ਹੈ, ਕੈਪਟਨ ਨੂੰ ਵੀ ਸਾਰੀ ਗੱਲ ਦੱਸ ਦਿੱਤੀ ਹੈ, ਪਰ ਦੋਨਾਂ ਦੇ ਵਿਚਾਲੇ ਜਿਹੜਾ ਕਲੇਸ਼ ਹੈਗਾ ਉਹਦਾ ਕੀ ਬਣਿਆ ਇਸ ਬਾਰੇ ਖੁੱਲ ਕੇ ਬੋਲੇ ਨਹੀਂ ਹਰੀਸ਼ ਰਾਵਤ। ਪਰ ਇੰਨਾ ਜ਼ਰੂਰ ਹੈ ਕਿ ਜੋ ਇੱਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਬੈਠਕ ਹੋਈ ਹੈ, ਉਹ ਬੈਠਕ ਦਾ ਜਿਹੜੀ ਜਾਣਕਾਰੀ ਉਹਨਾਂ ਨੇ ਬਾਹਰ ਕੱਢੀ ਹੈ ਹਰੀਸ਼ ਰਾਵਤ ਨੇ, ਉਸ ਤੋਂ ਪਤਾ ਲੱਗਦਾ ਕਿ ਸਿੱਧੂ ਧੜੇ ਦੇ ਦਿਲ ਦੇ ਵਿੱਚ ਹੀ ਧਰੀਆਂ ਧਰਾਈਆਂ ਰਹਿ ਗਈਆਂ ਨੇ। ਕਿਉਂਕਿ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਨੂੰ ਸੁਨੇਹਾ ਲਾਇਆ ਕਿ ਹਾਈ ਕਮਾਂਡ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਕਜੁੱਟ ਹੋ ਕੇ ਕੰਮ ਕੀਤਾ ਜਾਵੇ। ਹਾਈ ਕਮਾਂਡ ਨੇ ਸਿੱਧੂ ਧੜੇ ਦੇ ਕਈ ਵਿਧਾਇਕਾਂ ਤੇ ਮੰਤਰੀਆਂ ਦੀ ਮੁੱਖ ਮੰਤਰੀ ਨੂੰ ਬਦਲਣ ਜਾਂ ਫਿਰ ਚੋਣਾਂ ਦੇ ਵਿੱਚ ਨਵਾਂ ਚਿਹਰਾ ਚੁਣਨ ਦੀ ਮੰਗ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਹੈ। ਬਾਗੀ ਧੜਾ ਹੈਗਾ ਜਿਹੜਾ ਕਾਂਗਰਸ ਦਾ, ਉਹ ਆਪਣੀ ਜਿਹੜੀ ਇਸ ਮੰਗ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਮੰਗਲਵਾਰ ਨੂੰ ਸਿੱਧੂ ਕੈਂਪ ਦੇ ਆਗੂਆਂ ਦੇ ਨਾਲ ਮੀਟਿੰਗ ਦੇ ਵਿੱਚ ਹਰੀਸ਼ ਰਾਵਤ ਨੇ ਹਾਈ ਕਮਾਂਡ ਦਾ ਇਹ ਸੁਨੇਹਾ ਉਹਨਾਂ ਨੂੰ ਦੇ ਦਿੱਤਾ। ਹਰੀਸ਼ ਰਾਵਤ ਮੰਗਲਵਾਰ ਨੂੰ ਹੀ ਚੰਡੀਗੜ੍ਹ ਪਹੁੰਚੇ ਸੀ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਕਈ ਹੋਰ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ ਤੇ ਹਾਈ ਕਮਾਂਡ ਦਾ ਸੁਨੇਹਾ ਦਿੰਦੇ ਹੋਏ ਇਹ ਕਿਹਾ ਕਿ ਤੁਹਾਨੂੰ ਆਪਸ 'ਚ ਮਿਲ ਕੇ ਕੰਮ ਕਰਨਾ ਪਵੇਗਾ ਤੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਨ ਦੀ ਜਿਹੜੀ ਸਿੱਧੂ ਧੜੇ ਦੀ ਯੋਜਨਾ ਸੀ ਉਹ ਸ਼ਾਇਦ ਧਰੀ ਧਰਾਈ ਰਹਿ ਗਈ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਚੋਣਾਂ ਨੇੜੇ ਆ ਰਹੀਆਂ ਨੇ, ਅਸੀਂ ਪਾਰਟੀ ਦੇ ਸੰਗਠਨ ਦੇ ਵਿਸਥਾਰ ਬਾਰੇ ਗੱਲ ਕੀਤੀ, ਲੀਡਰਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਤਾਂ ਜੋ ਚੋਣਾਂ ਦੇ ਵਿੱਚ ਜਿੱਤ ਦਾ ਫੈਸਲਾ ਕੀਤਾ ਜਾ ਸਕੇ। ਸਿੱਧੂ ਨੇ ਕਿਹਾ ਹੈ ਕਿ ਅਗਲੇ 15 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਥੇਬੰਦੀ ਦਾ ਵਿਸਥਾਰ ਹੈ ਜਿਹੜਾ ਉਹ ਕੀਤਾ ਜਾਏਗਾ, ਪਾਰਟੀ ਦੇ ਸੰਗਠਨ ਦਾ ਵਿਸਥਾਰ ਕਰ ਦਿੱਤਾ ਜਾਏਗਾ। ਸੋ ਸਿੱਧੂ ਦੇ ਨਾਲ ਮੀਟਿੰਗ ਤੋਂ ਬਾਅਦ ਜਦੋਂ ਹਰੀਸ਼ ਰਾਵਤ ਨੇ ਮੀਡੀਆ ਨੂੰ ਬਰੀਫ ਕੀਤਾ ਤਾਂ ਉਹ ਕੁਝ ਅਜਿਹਾ ਸ਼ਬਦ ਬੋਲ ਗਏ ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਹਰੀਸ਼ ਰਾਵਤ ਨੇ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਹੁਣ ਪੰਜਾਬ ਦੇ ਜਿਹੜੇ ਸਾਡੇ 5 ਜਿਹੜੇ ਪ੍ਰਧਾਨ ਹੈਗੇ ਨੇ, ਇੱਕ ਸਿੱਧੂ ਨੇ ਤੇ 4 ਜਿਹੜੇ ਕਾਰਜਕਾਰੀ ਪ੍ਰਧਾਨ ਨੇ, ਉਹ ਸਾਡੇ 5 ਪਿਆਰਿਆਂ ਦੇ ਵਾਂਗੂ ਕੰਮ ਕਰਨਗੇ। ਜਿਵੇਂ ਹੀ ਹਰੀਸ਼ ਰਾਵਤ ਨੇ ਇਹ ਬਿਆਨ ਦਿੱਤਾ, ਜ਼ਾਹਿਰ ਤੌਰ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਹਰੀਸ਼ ਰਾਵਤ ਨੂੰ ਜਦੋਂ ਪਤਾ ਲੱਗਿਆ ਕਿ ਮਸਲਾ ਜਿਹੜਾ ਗੰਭੀਰ ਹੋ ਗਿਆ, ਮੈਂ ਗਲਤ ਬੋਲ ਦਿੱਤਾ, ਤਾਂ ਹਰੀਸ਼ ਰਾਵਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਾ ਕੇ ਲਿਖਤੀ ਮਾਫੀ ਹੈ ਜਿਹੜੀ ਉਹ ਮੰਗ ਲਈ ਹੈ ਤੇ ਨਾਲ ਹੀ ਪੇਸ਼ਕਸ਼ ਵੀ ਕੀਤੀ ਹੈ ਕਿ ਮੈਨੂੰ ਕੋਈ ਵੀ ਤਨਖਾਹ ਲਾਈ ਜਾਵੇ, ਗੁਰਦੁਆਰਾ ਸਾਹਿਬ ਦੇ ਵਿੱਚ ਝਾੜੂ ਫੇਰਨ ਦੀ ਤਨਖਾਹ ਲਾਈ ਜਾਵੇ, ਮੈਂ ਪੂਰੇ ਤਨ ਮਨ ਦੇ ਨਾਲ ਨਿਭਾਵਾਂਗਾ ਤੇ ਜੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਮੰਗਦਾ ਹਾਂ। ਕਿਹਾ ਉਹਨਾਂ ਨੇ ਕਿ ਕਦੇ-ਕਦੇ ਕਿਸੇ ਦਾ ਆਦਰ ਸਨਮਾਨ ਕਰਦਿਆਂ ਅਜਿਹੇ ਸ਼ਬਦਾਂ ਦੀ ਵਰਤੋਂ ਹੋ ਜਾਂਦੀ ਹੈ ਜਿਹੜੇ ਕਿ ਅਪਮਾਨਜਨਕ ਹੁੰਦੇ ਨੇ। ਮੇਰੇ ਵੱਲੋਂ ਵੀ ਪੰਜਾਬ ਕਾਂਗਰਸ ਦੇ ਪ੍ਰਧਾਨਾਂ ਬਾਬਤ ਗੱਲ ਕਰਦਿਆਂ 5 ਪਿਆਰਿਆਂ ਦੇ ਨਾਮ ਦੀ ਗਲਤ ਵਰਤੋਂ ਹੋਈ ਹੈ। ਮੈਂ ਆਪਣੀ ਗਲਤੀ ਮੰਨਦਾ ਹਾਂ ਤੇ ਸਿੱਖ ਪੰਥ ਦੇ ਕੋਲੋਂ ਮਾਫੀ ਮੰਗਦਾ ਹਾਂ। ਤੇ ਹਰੀਸ਼ ਰਾਵਤ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ 5 ਪਿਆਰਿਆਂ ਵਾਲਾ, ਉਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਇਸ ਦੀ ਕਰਦਿਆਂ ਕਿਹਾ ਕਿ ਰਾਵਤ ਨੂੰ ਸਿੱਖ ਸੰਗਤ ਤੋਂ ਮਾਫੀ ਹੈ ਜਿਹੜੀ ਉਹ ਮੰਗਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਵੀ ਰਾਵਤ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਿੱਖ ਧਰਮ ਦੇ ਵਿੱਚ 5 ਪਿਆਰਿਆਂ ਦਾ ਬਹੁਤ ਵੱਡਾ ਰੁਤਬਾ ਹੈ, ਇਹ ਕੋਈ ਮਜ਼ਾਕ ਦੀਆਂ ਗੱਲਾਂ ਨਹੀਂ ਹਨ। ਕਿਸੇ ਨੂੰ ਖੁਸ਼ ਕਰਨ ਦੇ ਲਈ, ਖਾਸ ਕਰਕੇ ਇਹਨਾਂ ਲੀਡਰਾਂ ਨੂੰ ਖੁਸ਼ ਕਰਨ ਦੇ ਲਈ ਇਸ ਤਰ੍ਹਾਂ ਦੇ ਤਖੱਲਸ ਵਰਤਨੇ ਸਿੱਖ ਭਾਵਨਾਵਾਂ ਦੇ ਨਾਲ ਖਿਲਵਾੜ ਕਰਨਾ ਹੈ। ਕਾਂਗਰਸ ਪਾਰਟੀ ਦੇ ਸੂਬੇ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੂੰ ਮਿਲਣ ਤੋਂ ਬਾਅਦ ਇਹ ਕਿਹਾ ਕਿ ਅੱਜ ਸਾਡੀ 5 ਪਿਆਰਿਆਂ ਦੇ ਨਾਲ ਮੀਟਿੰਗ ਹੋਈ। ਇਸ ਕਰਕੇ ਮੈਂ ਹਰੀਸ਼ ਰਾਵਤ ਜੀ ਨੂੰ ਬੇਨਤੀ ਕਰਦਾ ਕਿ ਇਹ ਕੋਈ ਮਜ਼ਾਕ ਦੀਆਂ ਗੱਲਾਂ ਨਹੀਂ ਹੈ। ਇਹਨਾਂ ਨੂੰ ਖੁਸ਼ ਕਰਨ ਵਾਸਤੇ ਇਸ ਤਰ੍ਹਾਂ ਦੇ ਤਖੱਲਸ ਯੂਜ਼ ਕਰਨੇ, ਇਹ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਬਹੁਤ ਵੱਡਾ ਖਿਲਵਾੜ ਹੈ।
ਤੁਹਾਨੂੰ ਤੁਰੰਤ ਆਪਣੇ ਲਫ਼ਜ਼ ਵਾਪਸ ਲੈਣੇ ਚਾਹੀਦੇ ਆ ਔਰ ਸਾਰੀ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਔਰ ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹਾਂਗਾ ਕਿ ਭਾਵਨਾਵਾਂ ਹਰਟ ਕਰਨ ਵਾਸਤੇ ਉਹਨਾਂ ਦੇ ਖਿਲਾਫ ਤੁਰੰਤ ਕੇਸ ਦਰਜ ਕੀਤਾ। ਇਸ ਦਰਮਿਆਨ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਾਵਤ ਨੇ ਚਾਪਲੂਸੀ ਕਰਨ ਦੇ ਲਈ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਦੀ ਮੈਂ ਨਿੰਦਿਆ ਕਰਦਾ ਹਾਂ। ਸਿਰਸਾ ਨੇ ਵੀ ਰਾਵਤ ਨੂੰ ਮਾਫੀ ਮੰਗਣ ਲਈ ਅਤੇ ਪੰਜਾਬ ਸਰਕਾਰ ਨੂੰ ਰਾਵਤ ਦੇ ਖਿਲਾਫ ਪਰਚਾ ਦਰਜ ਕਰਨ ਲਈ ਕਿਹਾ ਕਿ ਧਾਰਮਿਕ ਭਾਵਨਾਵਾਂ ਭੜਕਾਈਆਂ ਗਈਆਂ ਨੇ। हरीश रावत जो पंजाब के प्रभारी हैं, जो उन्होंने नवजोत सिंह सिद्धू और उनके 4 साथियों को 5 प्यारे कह के संबोधित किया, हम इसकी कड़े शब्दों में निंदा करते हैं। किसी की चापलूसी करने के लिए ऐसे अल्फाजों का इस्तेमाल करना ये बहुत ही दुर्भाग्यपूर्ण है। जहां मैं इसकी कड़े शब्दों में निंदा करता हूं, वहीं मैं नवजोत सिंह सिद्धू और उनके साथियों को कहना चाहता हूं, उनको भी इस अल्फाज इस्तेमाल करे जाने पे अपनी आपत्ति भी जतानी चाहिए और हरीश रावत जी को इस पे माफी भी मांगनी चाहिए। दिल्ली सिख गुरुद्वारा मैनेजमेंट कमेटी इस पे अपनी कड़ी आपत्ति भी दर्ज कराती है और हम मांग करते हैं तुरंत इस पे माफी मांगे, नहीं तो पंजाब सरकार इनके खिलाफ 295 का मुकदमा दर्ज। हालांकि हरीश रावत ने अपनी गलती ਲਈ ਮਾਫੀ ਮੰਗੀ, ਪਰ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਰੀਸ਼ ਰਾਵਤ ਨੂੰ ਮਾਫ ਨਹੀਂ ਕੀਤਾ। ਬੀਬੀ ਜਗੀਰ ਕੌਰ ਨੇ ਹਰੀਸ਼ ਰਾਵਤ ਦੇ ਵੱਲੋਂ ਇਹਨਾਂ ਕਾਂਗਰਸ ਪ੍ਰਧਾਨਾਂ ਦੀ ਤੁਲਨਾ 5 ਪਿਆਰਿਆਂ ਦੇ ਨਾਲ ਕਰਨ ਵਾਲੇ ਬਿਆਨ ਦੀ ਨਿੰਦਿਆ ਕੀਤੀ। ਕਿਹਾ ਕਿ ਜਾਣਬੁੱਝ ਕੇ ਕਾਂਗਰਸ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਹਰੀਸ਼ ਰਾਵਤ ਨੇ ਸਿੱਖ ਪਰੰਪਰਾਵਾਂ ਤੇ ਸਿਧਾਂਤਾਂ ਨੂੰ ਨੀਵਾਂ ਦਿਖਾਉਂਦਿਆਂ ਆਪਣੀ ਪਾਰਟੀ ਦੇ ਲੀਡਰਾਂ ਨੂੰ 5 ਪਿਆਰੇ ਕਹਿ ਕੇ ਚੰਗਾ ਨਹੀਂ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ 5 ਪਿਆਰੇ ਦਸਮ ਪਾਤਸ਼ਾਹ ਦੇ ਸਾਜੇ ਨਿਵਾਜੇ ਹੋਏ ਨੇ, ਜਿਨ੍ਹਾਂ ਦੀ ਤੁਲਨਾ ਕਿਸੇ ਨਾਲ ਵੀ ਕੀਤੀ ਨਹੀਂ ਜਾ ਸਕਦੀ। ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਭਾਵੇਂ ਹਰੀਸ਼ ਰਾਵਤ ਨੇ ਮਾਫੀ ਮੰਗ ਲਈ ਹੈ ਜਨਤਕ ਤੌਰ ਤੇ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਿੱਖ ਰਵਾਇਤਾਂ ਤੇ ਸਿਧਾਂਤਾਂ ਨੂੰ ਪਹਿਲਾਂ ਸੱਟ ਮਾਰੋ ਤੇ ਫਿਰ ਮਾਫੀ ਮੰਗ ਲਓ। ਉਹਨਾਂ ਕਿਹਾ ਕਿ ਸਿਆਸੀ ਆਗੂ ਆਪਣੇ ਦਾਇਰੇ ਦੇ ਵਿੱਚ ਰਹਿਣ, ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਹਰੀਸ਼ ਰਾਵਤ ਦਾ ਉਹਨਾਂ ਦੇ ਆਪਣੇ ਪਾਰਟੀ ਦੇ ਜਿਹੜੇ ਲੀਡਰਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਵੀ ਕੀਤੀ। ਰਾਜਕੁਮਾਰ ਵੇਰਕਾ ਜਿਹੜੇ ਕਿ ਹਰ ਮਸਲੇ ਤੇ ਬੋਲ ਸਕਦੇ ਨੇ ਤੇ ਹਰ ਮਸਲੇ ਤੇ ਖੁੱਲ ਕੇ ਬੋਲ ਵੀ ਦਿੰਦੇ ਨੇ, ਕੋਈ ਵੀ ਬਿਆਨ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ ਕਿਸੇ ਵੀ ਮਸਲੇ ਤੇ। ਰਾਜਕੁਮਾਰ ਵੇਰਕਾ ਨੇ ਰਾਵਤ ਦੇ ਬਿਆਨ ਤੇ ਪਰਦਾ ਪਾਉਂਦਿਆਂ ਕਿਹਾ ਕਿ ਜੋ ਆਪਣੇ ਹੁੰਦੇ ਨੇ ਉਹੀ ਪਿਆਰੇ ਹੁੰਦੇ ਨੇ। ਰਾਵਤ ਹਮੇਸ਼ਾ ਤੋਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ। ਜੇ ਕਿਸੇ ਨੂੰ ਬੁਰਾ ਲੱਗਿਆ ਤਾਂ ਅੱਗੇ ਤੋਂ ਧਿਆਨ ਰੱਖਣਗੇ ਤੇ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ। ਇਸ ਤਰ੍ਹਾਂ ਦੇ ਸ਼ਬਦ ਕਿਸੇ ਨੂੰ ਨਹੀਂ ਕਹਿਣੇ ਚਾਹੀਦੇ ਜਿਹਦੇ ਨਾਲ ਕਿਸੇ ਨੂੰ ਮਾੜਾ ਲੱਗੇ, ਬੁਰਾ ਲੱਗੇ। ਤਾਂ ਭਾਵੇਂ ਹਰੀਸ਼ ਰਾਵਤ ਨੇ ਇਸ ਬਿਆਨ ਦੀ ਮਾਫੀ ਮੰਗੀ, ਪਰ ਹਰੀਸ਼ ਰਾਵਤ ਦਾ ਕਈ ਥਾਈਂ ਵਿਰੋਧ ਵੀ ਕੀਤਾ ਗਿਆ। ਮੋਹਾਲੀ ਦੇ ਵਿੱਚ ਯੂਥ ਅਕਾਲੀ ਦਲ ਨੇ ਹਰੀਸ਼ ਰਾਵਤ ਦਾ ਪੁਤਲਾ ਫੂਕਿਆ। ਵਰਕਰਾਂ ਨੇ ਹੱਥਾਂ ਵਿੱਚ ਪੋਸਟਰ ਫੜ ਕੇ ਹਰੀਸ਼ ਰਾਵਤ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਉਹਨਾਂ ਕਿਹਾ ਕਿ ਰਾਵਤ ਦੇ ਇਸ ਬਿਆਨ ਨੂੰ ਬਖਸ਼ਿਆ ਨਹੀਂ ਜਾਏਗਾ, ਯਾਨੀ ਕਿ ਉਹਨਾਂ ਨੂੰ ਮਾਫ ਨਹੀਂ ਕੀਤਾ ਜਾਏਗਾ। ਉਹਨਾਂ ਕਿਹਾ ਕਿ ਰਾਵਤ ਦੇ ਨਾਲ ਸਿੱਧੂ ਖੜੇ ਸੀ ਜਦੋਂ ਬਿਆਨ ਦੇ ਰਹੇ ਸੀ, ਤਾਂ ਕੀ ਸਿੱਧੂ ਨੂੰ ਪਤਾ ਨਹੀਂ ਲੱਗਿਆ ਕਿ ਉਹ ਗਲਤ ਬਿਆਨ ਦੇ ਰਹੇ ਨੇ? ਸਿੱਧੂ ਨੂੰ ਰੋਕਣਾ ਚਾਹੀਦਾ ਸੀ, ਕਿਉਂ ਨਹੀਂ ਸਿੱਧੂ ਨੇ ਰੋਕਿਆ? ਜੇ ਸਿੱਧੂ ਸਿੱਖਾਂ ਦੇ ਲਈ ਕੋਈ ਕੰਮ ਹੁਣ ਹੀ ਨਹੀਂ ਕਰ ਰਹੇ ਤਾਂ ਭਵਿੱਖ 'ਚ ਕੀ ਕਰਨਗੇ? ਇਸੇ ਦਰਮਿਆਨ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਵੱਲੋਂ ਹਰੀਸ਼ ਰਾਵਤ ਦਾ ਪੁਤਲਾ ਫੂਕਿਆ ਗਿਆ। ਕਿਸਾਨਾਂ ਦੇ ਮਸਲੇ ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਵਿੱਚ ਜਿਹੜੀ ਸ਼ਬਦੀ ਜੰਗ ਚੱਲੀ ਹੈ, ਉਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਬਿਆਨ ਦਿੱਤਾ ਹੈ। ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਜਾਰੀ ਜਨਤਕ ਝਗੜੇ ਦੇ ਬਾਵਜੂਦ ਤੱਥ ਇਹ ਹੈ ਕਿ ਹਰਿਆਣਾ ਦੇ ਲੱਖਾਂ ਕਿਸਾਨ ਅੰਦੋਲਨ ਦਾ ਹਿੱਸਾ ਨੇ। ਟਿੱਕਰੀ ਤੇ ਜਿਹੜਾ ਆਪਣਾ ਸਿੰਘੂ ਬਾਰਡਰ ਹੈ ਉਸ ਦੇ ਉੱਤੇ ਬੈਠੇ ਹੋਏ ਨੇ। ਹਰਿਆਣਾ ਸੂਬੇ ਤੋਂ ਵੀ ਹੁਣ ਤੱਕ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਨੇ। ਹਰਿਆਣਾ ਦੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਦੇ ਹਨੇਰੇ ਤੇ ਮਾੜੇ ਪ੍ਰਭਾਵਾਂ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਸਮਝਦੇ ਨੇ। ਇਸ ਕਰਕੇ ਉਹ ਅੰਦੋਲਨ ਦੇ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੇ ਨੇ, ਮੋਹਰੀ ਹੋ ਕੇ ਕਰਵਾ ਰਹੇ ਨੇ। ਕਹਿੰਦੇ ਆਪਣੇ ਅਧਿਕਾਰਾਂ ਦੇ ਲਈ ਬਰਾਬਰ ਦੇ ਭਾਈਵਾਲ ਹੋ ਕੇ ਉਹ ਇਹ ਲੜਾਈ ਲੜ ਰਹੇ ਨੇ ਤੇ ਹਰਿਆਣਾ ਦੀ ਬੀਜੇਪੀ ਸਰਕਾਰ ਦੀ ਇਹ ਕਲਪਨਾ ਕਰਨੀ ਤੇ ਇਹ ਕਹਿਣਾ ਤਾਂ ਬਹੁਤ ਵੱਡੀ ਮੂਰਖਤਾ ਹੈ ਕਿ ਹਰਿਆਣਾ ਦੇ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੀ ਨਹੀਂ, ਜਾਂ ਫਿਰ ਉਹਨਾਂ ਨੂੰ ਦੂਸਰੇ ਸੂਬਿਆਂ ਦੇ ਕਿਸਾਨਾਂ ਦੇ ਵੱਲੋਂ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਵੱਲੋਂ ਭੜਕਾਇਆ ਜਾ ਰਿਹਾ ਹੈ। ਬਹੁਤ ਹੀ ਮੂਰਖਤਾ ਵਾਲਾ ਬਿਆਨ ਹੈ। ਕਿਸਾਨ ਮੋਰਚੇ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਕਿਸਾਨ ਵਿਰੋਧੀ ਤੇ ਵੈਸ਼ੀ ਵਤੀਰੇ ਦੀ ਹਰ ਪਾਸਿਓਂ ਨਿੰਦਿਆ ਹੋ ਰਹੀ ਹੈ ਤੇ ਕਰਨਾਲ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀ ਉਸ ਦਿਨ 28 ਅਗਸਤ ਨੂੰ ਜੋ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਇਆ ਸੀ, ਉਸ ਤਸ਼ੱਦਦ ਦਾ ਹੁਕਮ ਦੇਣ ਵਾਲੇ ਐਸਡੀਐਮ ਆਯੂਸ਼ ਸਿਨਹਾ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਸਰਕਾਰ ਨੂੰ 2 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਆਲ ਇੰਡੀਆ ਵਕੀਲ ਯੂਨੀਅਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਸੀਂ 2 ਸਤੰਬਰ ਨੂੰ ਵੀ ਰੋਸ ਪ੍ਰਦਰਸ਼ਨ ਕਰਾਂਗੇ ਤੇ ਇਹ ਯੂਨੀਅਨ ਹੈ ਜਿਹੜੀ ਸੁਪਰੀਮ ਕੋਰਟ ਤੋਂ ਹਰਿਆਣਾ ਭਵਨ ਤੱਕ ਰੋਸ ਮਾਰਚ ਕੱਢੇਗੀ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਵਿੱਚ ਵੀ ਵਿਰੋਧ ਕਰ ਰਹੇ ਕਿਸਾਨਾਂ ਦੇ ਨਾਲ ਏਕਤਾ ਦਾ
ਪ੍ਰਗਟਾਵਾ ਕਰਨ ਲਈ ਕਰਨਾਲ ਦੀਆਂ ਘਟਨਾਵਾਂ ਦੇ ਵਿਰੁੱਧ ਗੁੱਸੇ ਲਈ ਉੱਥੇ ਕਿਸਾਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੇ 2500 ਤੋਂ ਵੱਧ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਨੇ ਉਹ ਵਾਪਸ ਲਏ ਜਾਣ ਤੁਰੰਤ ਅਤੇ ਬਿਨਾਂ ਸ਼ਰਤ ਵਾਪਸ ਲਏ ਜਾਣ। ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਝੱਜਰ, ਸਿਰਸਾ, ਸੋਨੀਪਤ, ਕੈਥਲ ਤੇ ਹੋਰ ਥਾਵਾਂ ਦੇ ਥਾਣਿਆਂ ਦੇ ਵਿੱਚ ਇਹ ਕੇਸ ਦਰਜ ਕੀਤੇ ਗਏ ਨੇ। ਤੇ ਇੱਕ ਹੋਰ ਜਾਣਕਾਰੀ ਕਿਸਾਨ ਮੋਰਚੇ ਨੇ ਦਿੱਤੀ ਹੈ 26 ਜਨਵਰੀ ਨੂੰ ਲੈ ਕੇ। ਕਿਸਾਨਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ 26 ਜਨਵਰੀ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਹੁਣ ਕਿਸਾਨਾਂ ਨੂੰ CRPC ਦੀ ਧਾਰਾ 160 ਦੇ ਤਹਿਤ ਨਵੇਂ ਨੋਟਿਸ ਭੇਜ ਦਿੱਤੇ ਨੇ, ਜਦ ਕਿ ਕਿਸਾਨ ਮੋਰਚੇ ਦਾ ਜਿਹੜਾ ਲੀਗਲ ਸੈੱਲ ਹੈ ਉਹ ਦੱਸਦਾ ਹੈ ਕਿ ਇਹ ਬਿਲਕੁਲ ਗੈਰ ਸੰਵਿਧਾਨਕ ਹੈ ਤੇ ਗੈਰ ਕਾਨੂੰਨੀ ਹੈ, ਕਿਉਂਕਿ ਇਹ ਨੋਟਿਸ ਹਾਸਲ ਕਰਨ ਵਾਲੇ ਕਿਸੇ ਵੀ ਕਿਸਾਨ ਦਾ ਨਾਮ FIR ਦੇ ਵਿੱਚ ਦਰਜ ਹੀ ਨਹੀਂ ਹੈ, ਸ਼ਾਮਿਲ ਹੀ ਨਹੀਂ ਹੈ, ਨਾ ਹੀ ਉਹਨਾਂ ਨੇ ਕਿਸੇ ਹਿੰਸਕ ਘਟਨਾ ਦੇ ਵਿੱਚ ਹਿੱਸਾ ਲਿਆ। ਮੋਰਚੇ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਤੈਨਾਤ ਕੀਤੀ ਜਾ ਰਹੀ ਇੱਕ ਇਤਰਾਜ਼ਯੋਗ ਅਤੇ ਗੈਰ ਕਾਨੂੰਨੀ ਧਮਕੀ ਹੈ, ਇਸ ਦੀ ਨਿੰਦਿਆ ਅਸੀਂ ਕਰਦੇ ਹਾਂ ਤੇ ਹੁਣ ਕਿਸਾਨਾਂ ਦਾ ਜਿਹੜਾ ਲੀਗਲ ਪੈਨਲ ਹੈ ਉਹ ਦੇਖੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਰਨਾ ਹੈ। ਤੇ ਉਧਰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੂੰ ਪੰਜਾਬ ਪੁਲਿਸ ਨੇ 2 ਸੁਰੱਖਿਆ ਕਰਮੀ ਨੇ ਜਿਹੜੇ ਉਹ ਮੁਹੱਈਆ ਕਰਵਾਏ ਨੇ। ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ ਰੁਲਦੂ ਸਿੰਘ ਮਾਨਸਾ ਜ਼ਿਲ੍ਹੇ ਦੇ ਵਿੱਚ ਘੁੰਮਦੇ ਨਜ਼ਰ ਆਏ ਤੇ ਪਿਛਲੇ ਦਿਨੀ ਜੋ ਰੁਲਦੂ ਸਿੰਘ ਮਾਨਸਾ ਨੂੰ ਧਮਕੀਆਂ ਮਿਲੀਆਂ ਸੀ, ਸ਼ਾਇਦ ਉਸ ਕਰਕੇ ਰੁਲਦੂ ਸਿੰਘ ਨੂੰ ਜਿਹੜੀ ਇਹ ਸੁਰੱਖਿਆ ਦਿੱਤੀ ਗਈ ਹੈ। ਕਿਸਾਨਾਂ ਦੇ ਵਿਰੋਧ ਨੂੰ 3 ਮਹੀਨਿਆਂ ਤੱਕ ਪੂਰਾ 1 ਸਾਲ ਹੋ ਜਾਣਾ ਹੈ। ਪੰਜਾਬ ਦੇ ਵਿੱਚ ਤਾਂ 11 ਮਹੀਨੇ ਹੋ ਚੱਲੇ ਨੇ, ਦਿੱਲੀ ਮੋਰਚਿਆਂ ਦੇ 9 ਮਹੀਨੇ ਪੂਰੇ ਹੋ ਚੱਲੇ ਨੇ ਤੇ ਲੱਗਦਾ ਹੈ ਕਿ ਅਡਾਨੀ ਗਰੁੱਪ ਹੈ ਜਿਹੜਾ ਉਹ ਹੁਣ ਪੰਜਾਬ ਦੇ ਵਿੱਚ ਪੈਰ ਪਿੱਛੇ ਨੂੰ ਖਿੱਚਣ ਲੱਗਿਆ ਹੈ। ਜਾਣਕਾਰੀ ਇਹ ਮਿਲ ਰਹੀ ਹੈ ਕਿ ਜਗਰਾਉਂ ਤੋਂ ਬਾਅਦ ਅਡਾਨੀ ਗਰੁੱਪ ਨੇ ਆਪਣਾ ਫਿਰੋਜ਼ਪੁਰ ਵਾਲਾ ਸਾਈਲੋ ਪਲਾਂਟ ਵੀ ਬੰਦ ਕਰ ਦਿੱਤਾ ਹੈ। ਇੱਥੇ ਝੋਨਾ ਤੇ ਕਣਕ ਕਹਿੰਦੇ ਸਟੋਰ ਕੀਤੀ ਜਾਂਦੀ ਰਹੀ ਹੈ, ਪਰ ਪਿਛਲੇ ਲਗਾਤਾਰ ਕਈ ਮਹੀਨਿਆਂ ਤੋਂ ਕਿਸਾਨ ਨੇ ਜਿਹੜੇ ਇਹਨਾਂ ਪਲਾਂਟਾਂ ਦੇ ਬਾਹਰ ਧਰਨੇ ਲਾ ਕੇ ਬੈਠੇ ਸਨ, ਇਸ ਕਰਕੇ ਅਡਾਨੀ ਗਰੁੱਪ ਨੇ ਇਸ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਠੇਕੇ ਤੇ ਰੱਖੇ 400 ਦੇ ਕਰੀਬ ਕਾਮਿਆਂ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਹੈ। ਅਡਾਨੀ ਲੌਜਿਸਟਿਕ ਪਾਰਕ ਦੇ ਬੰਦ ਹੋਣ ਕਾਰਨ ਲਗਭਗ ਇੰਨੀ ਹੀ ਗਿਣਤੀ ਦੇ ਨੌਜਵਾਨਾਂ ਨੂੰ 400 ਨੌਜਵਾਨਾਂ ਨੂੰ ਹੀ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ। ਉਹਨਾਂ ਨੇ ਫਿਰੋਜ਼ਪੁਰ ਦੇ DC ਨੂੰ ਅਪੀਲ ਵੀ ਕੀਤੀ, ਪਰ ਮਾਮਲਾ ਅਦਾਲਤ ਵਿੱਚ ਹੋਣ ਕਾਰਨ ਪ੍ਰਸ਼ਾਸਨ ਇੱਥੇ ਬੇਵਸ ਨਜ਼ਰ ਆ ਰਿਹਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਜੂਨ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਮਲੇ ਦਾ ਹੱਲ ਲੱਭਣ ਦੇ ਹੁਕਮ ਨੇ ਜਿਹੜੇ ਉਹ ਦਿੱਤੇ ਸੀ। ਸੋ ਖਬਰ ਇਹੀ ਹੈ ਕਿ ਅਡਾਨੀ ਗਰੁੱਪ ਹੈ ਜਿਹੜਾ ਉਹ ਹੁਣ ਪੰਜਾਬ ਤੋਂ ਬਾਹਰ ਨੂੰ ਜਾ ਰਿਹਾ ਹੈ। ਤਾਂ ਹੁਣ ਜਿਹੜਾ ਅੱਗੇ ਹੁਣ ਇੱਥੇ ਕੌਣ, ਪੰਜਾਬ ਦੇ ਵਿੱਚ ਕੌਣ ਇਹਨਾਂ ਸਾਈਲੋਸ ਨੂੰ ਸਾਂਭੇਗਾ, ਇਹ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਨੌਜਵਾਨਾਂ ਦਾ ਰੁਜ਼ਗਾਰ ਹੈ ਜਿਹੜਾ ਉਹ ਚੱਲਦੇ ਰਹਿਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 6 ਹੋਰ ਹਲਕਿਆਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਸਿਕੰਦਰ ਸਿੰਘ ਮਲੂਕਾ ਨੂੰ ਝਟਕਾ ਦਿੱਤਾ ਹੈ, ਜਿਨ੍ਹਾਂ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ ਕਿ ਮੌੜ ਮੰਡੀ ਤੋਂ ਮੇਰਾ ਪੁੱਤਰ ਚੋਣ ਲੜੇਗਾ, ਪਰ ਮੌੜ ਮੰਡੀ ਵਾਲੀ ਟਿਕਟ ਹੈ ਜਿਹੜੀ ਉਹ ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਦੇ ਦਿੱਤੀ ਹੈ। ਜਗਮੀਤ ਬਰਾੜ ਨੂੰ ਹਲਕਾ ਮੌੜ ਦੇਣ ਦੇ ਨਾਲ ਜੀਤ ਮਹਿੰਦਰ ਸਿੰਘ ਨੂੰ ਹਲਕਾ ਤਲਵੰਡੀ ਸਾਬੋ, ਸੂਬਾ ਸਿੰਘ ਨੂੰ ਜੈਤੋ ਤੋਂ, ਮਨਤਾਰ ਸਿੰਘ ਬਰਾੜ ਨੂੰ ਕੋਟਕਪੂਰਾ, ਕਮਲਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਫਰੀਦਕੋਟ ਤੋਂ ਉਮੀਦਵਾਰ ਹੈ ਜਿਹੜਾ ਉਹ ਐਲਾਨਿਆ ਗਿਆ। ਹਲਕਾ ਮੌੜ ਤੋਂ ਜਗਮੀਤ ਸਿੰਘ ਨੇ ਜਿਹੜੇ ਉਹ ਨਵੇਂ ਉਮੀਦਵਾਰ ਨੇ। ਇਸ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਦੇ ਕੋਲ ਹੀ ਇਹ ਜਿਹੜੀ ਸੀਟ ਹੁੰਦੀ ਸੀ। ਇਸ ਵਾਰੀ ਜਦੋਂ ਮਲੂਕਾ ਨੂੰ ਇਥੋਂ ਉਮੀਦਵਾਰ ਐਲਾਨਿਆ ਮੌੜ ਤੋਂ, ਤਾਂ ਪਿਛਲੇ ਦਿਨੀ ਮਲੂਕਾ ਨੇ ਇਸ ਐਲਾਨ ਨੂੰ ਲੱਤ ਮਾਰ ਦਿੱਤੀ ਸੀ, ਇਹ ਕਹਿ ਕੇ ਕਿ ਪਾਰਟੀ ਨੇ ਮੇਰੇ ਨਾਲ ਸਲਾਹ ਹੀ ਨਹੀਂ ਕੀਤੀ, ਪਰ ਹੁਣ ਮੇਰਾ ਪੁੱਤਰ ਇਥੋਂ ਚੋਣ ਲੜੇਗਾ। ਸੋ ਨਾ ਇਥੋਂ ਮਲੂਕਾ ਨੂੰ ਸੀਟ ਮਿਲੀ ਹੈ, ਨਾ ਮਲੂਕਾ ਦੇ ਪੁੱਤਰ ਨੂੰ। ਤੇ ਬਾਗੀ ਤੇਵਰ ਜਿਹੜੇ ਮਲੂਕਾ ਨੇ ਦਿਖਾਏ ਨੇ, ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਵੀ ਆਪਣਾ ਰੰਗ ਹੈ ਜਿਹੜਾ ਉਹ ਦਿਖਾ ਦਿੱਤਾ ਹੈ। ਸੁਖਬੀਰ ਬਾਦਲ ਆਪਣੀ 100 ਦਿਨਾਂ ਯਾਤਰਾ ਦੇ ਦੌਰਾਨ ਸਾਹਨੇਵਾਲ ਪਹੁੰਚੇ। ਲੁਧਿਆਣਾ ਦੇ ਸਾਹਨੇਵਾਲ ਦੇ ਵਿੱਚ ਵੀ ਸੁਖਬੀਰ ਬਾਦਲ ਦਾ ਤਿੱਖਾ ਵਿਰੋਧ ਹੋਇਆ। ਸੁਖਬੀਰ ਬਾਦਲ ਦੀ ਰੈਲੀ ਜਦੋਂ ਚੱਲ ਰਹੀ ਸੀ, ਕਿਸਾਨਾਂ ਨੇ ਵਿਰੋਧ ਕੀਤਾ ਤਾਂ ਕਿਸਾਨਾਂ ਅਤੇ ਅਕਾਲੀ ਦਲ ਦੇ ਵਰਕਰਾਂ ਦੇ ਵਿਚਾਲੇ ਝੜਪ ਵੀ ਹੋਈ। ਸੁਖਬੀਰ ਬਾਦਲ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਹੁੰਦੀ ਰਹੀ ਤੇ ਸੁਖਬੀਰ ਬਾਦਲ ਸਟੇਜ ਤੋਂ ਆਪਣਾ ਬੋਲਦੇ ਰਹੇ ਤੇ ਵਿਰੋਧ ਕਰ ਰਹੇ ਕਿਸਾਨਾਂ ਬਾਰੇ ਵੀ ਸੁਖਬੀਰ ਬਾਦਲ ਨੇ ਬਿਆਨ ਦਿੱਤਾ। ਕਹਿੰਦੇ ਆਮ ਆਦਮੀ ਪਾਰਟੀ ਤੇ ਇਹ ਕਾਂਗਰਸ ਦੇ ਵਰਕਰ ਹੈਗੇ ਨੇ, ਕਿਸਾਨਾਂ ਦੇ ਭੇਸ ਵਿੱਚ ਆਉਂਦੇ ਨੇ, ਮੇਰਾ ਵਿਰੋਧ ਕਰਦੇ ਨੇ ਤੇ ਇਹਨਾਂ ਨੂੰ ਹਟਾਉਣ ਦੇ ਲਈ ਸਾਨੂੰ ਕੋਈ ਸਮਾਂ ਨਹੀਂ ਲੱਗਣਾ। ਸੁਖਬੀਰ ਬਾਦਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਤਾਂ ਮੈਂ ਧੰਨਵਾਦ ਕਰਦਾ, ਕਿਉਂਕਿ ਮੋਰਚੇ ਦੇ ਲੀਡਰਾਂ ਨੇ ਸਾਫ਼ ਤੌਰ ਤੇ ਕਿਹਾ ਕਿ ਬੀਜੇਪੀ ਤੋਂ ਬਿਨਾਂ ਹੋਰ ਕਿਸੇ ਪਾਰਟੀ ਦੇ ਲੀਡਰ ਦਾ ਵਿਰੋਧ ਨਹੀਂ ਕਰਨਾ, ਪਰ ਜਿਹੜੇ ਇਹ ਵਿਰੋਧ ਕਰਨ ਵਾਲੇ ਲੋਕ ਨੇ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰ ਨੇ। ਹਰਿਆਣਾ ਦੇ ਰੋਹਤਕ ਤੋਂ
ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ 19 ਸਾਲ ਦੇ ਮੁੰਡੇ ਨੇ ਆਪਣੇ ਸਾਰੇ ਪਰਿਵਾਰ ਨੂੰ ਮਾਰ ਮੁਕਾਇਆ। ਰੋਹਤਕ ਦੇ ਵਿਜੇ ਨਗਰ ਦੀ ਬਾਗ ਵਾਲੀ ਗਲੀ ਵਿੱਚ ਆਪਣੇ ਹੀ ਪਰਿਵਾਰ ਦਾ ਕਤਲ ਕਰਨ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ। 19 ਸਾਲ ਦੇ ਨੌਜਵਾਨ ਮੁੰਡੇ ਅਭਿਸ਼ੇਕ ਨੇ ਆਪਣੀ ਮਾਂ, ਆਪਣੇ ਪਿਤਾ, ਭੈਣ ਤੇ ਨਾਨੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਪੁਲਿਸ ਨੇ ਅਭਿਸ਼ੇਕ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਸੁਪਰਡੈਂਟ ਨੇ ਕਿਹਾ ਕਿ ਯੋਜਨਾਬੱਧ ਤਰੀਕੇ ਦੇ ਨਾਲ ਵਾਰਦਾਤ ਕੀਤੀ ਗਈ। ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਝੂਠੀ ਕਹਾਣੀ ਵੀ ਬਣਾਈ ਗਈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਵਿਜੇ ਨਗਰ ਨਿਵਾਸੀ ਪ੍ਰਦੀਪ, ਉਸ ਦੀ ਪਤਨੀ ਬਬਲੀ, ਬੇਟੀ ਨੇਹਾ ਤੇ ਸੱਸ ਰੋਸ਼ਨੀ ਦੇਵੀ ਨੂੰ 5 ਦਿਨ ਪਹਿਲਾਂ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਚਾਰਾਂ ਦੀ ਮੌਤ ਹੋ ਗਈ ਸੀ। ਪ੍ਰਦੀਪ ਦੇ ਸਾਲੇ ਪ੍ਰਵੀਨ ਦੇ ਬਿਆਨਾਂ ਤੇ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਦੇ ਵਿਰੁੱਧ ਕਤਲ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ। ਪੁਲਿਸ ਸੁਪਰਡੈਂਟ ਨੇ ਕਿਹਾ ਕਿ ਘਟਨਾ ਤੋਂ ਬਾਅਦ ਅਜਿਹਾ ਲੱਗਦਾ ਸੀ ਕਿ ਕਤਲ ਕਿਸੇ ਨਜ਼ਦੀਕੀ ਨੇ ਕੀਤੇ ਨੇ। ਮਾਮਲੇ ਵਿੱਚ ਦੋਸ਼ੀ ਅਭਿਸ਼ੇਕ ਹੈ, ਜਿਹੜਾ ਮੁੰਡਾ ਸੀ, ਉਹ ਵਾਰੀ-ਵਾਰੀ ਆਪਣਾ ਬਿਆਨ ਬਦਲ ਰਿਹਾ ਸੀ, ਜਿਸ ਤੇ ਪੁਲਿਸ ਨੂੰ ਸ਼ੱਕ ਹੋ ਗਿਆ। ਪੁੱਛ ਪੜਤਾਲ ਤੇ ਸਾਰਾ ਮਾਮਲਾ ਸਾਫ਼ ਹੋ ਗਿਆ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਏ ਜਾਣ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਤੇ ਕਤਲ ਵਿੱਚ ਵਰਤਿਆ ਹਥਿਆਰ ਵੀ ਉਸ ਕੋਲੋਂ ਬਰਾਮਦ ਕਰ ਲਿਆ ਜਾਏਗਾ। ਕਤਲ ਦੇ ਪਿੱਛੇ ਕਾਰਨ ਕੀ ਹੈ ਹਾਲੇ ਪਤਾ ਨਹੀਂ ਲੱਗਿਆ, ਪਰ ਪਰਿਵਾਰ ਦੇ ਵਿੱਚ ਤਣਾਅ ਚੱਲ ਰਿਹਾ ਸੀ, ਇੰਨੀ ਜਾਣਕਾਰੀ ਜ਼ਰੂਰ ਮਿਲੀ ਹੈ। ਪਰ ਇਹ ਬਹੁਤ ਵੱਡੀ ਵਾਰਦਾਤ ਹੈ ਜਿਹੜੀ ਵਾਪਰੀ ਹੈ। ਘਰ ਦਾ ਹੀ ਕਤਲ ਕਰ ਦੇਵੇ, ਹੋਰ ਕਿਤੇ ਤੁਸੀਂ ਵਿਸ਼ਵਾਸ ਕਰੋਗੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਜਿਹੜਾ ਅਧਿਆਪਕਾਂ ਦੇ ਵੱਲੋਂ ਧਰਨਾ ਲਾਇਆ ਗਿਆ, ਲਗਾਤਾਰ ਚੱਲ ਰਿਹਾ ਹੈ। 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਇੱਥੇ ਬੇਰੁਜ਼ਗਾਰ ਅਧਿਆਪਕਾਂ ਨੇ ਬੁੱਧਵਾਰ ਨੂੰ ਫਿਰ ਕੈਪਟਨ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ। ਅਧਿਆਪਕਾਂ ਨੇ ਕੈਪਟਨ ਸਰਕਾਰ ਦੀ ਅਰਥੀ ਬਣਾ ਕੇ ਉਸਦੇ ਕੋਲ ਮਿੱਟੀ ਦੇ ਘੜੇ ਨੂੰ ਤੋੜ ਕੇ ਬਹੁਤ ਹੀ ਜ਼ਬਰਦਸਤ ਪਿੱਟ ਸਿਆਪਾ ਕੀਤਾ। ਇਹ ਪ੍ਰਦਰਸ਼ਨ 34, 42 ਅਤੇ 51, 78 ਯੂਨੀਅਨ ਦੀ ਅਗਵਾਈ ਵਿੱਚ ਕੀਤਾ ਗਿਆ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਸਾਨੂੰ 10 ਸਾਲ ਹੋ ਗਏ ਨੇ ਸਰਕਾਰ ਦੇ ਗਲਤ ਪੇਪਰ ਦੇ ਗਲਤ ਨਤੀਜੇ ਅਸੀਂ ਭੁਗਤ ਰਹੇ ਹਾਂ। ਸਾਡੀ ਅਗਲੀ ਰਣਨੀਤੀ ਉਹਨਾਂ ਨੇ ਕਿਹਾ ਗੁਪਤ ਰਹੇਗੀ, ਯਾਨੀ ਕਿ ਅਗਲਾ ਐਕਸ਼ਨ ਗੁਪਤ ਰਹੇਗਾ। ਕਹਿੰਦੇ ਜਦੋਂ ਅਸੀਂ ਐਕਸ਼ਨ ਦਾ ਐਲਾਨ ਕਰ ਦਿੰਨੇ ਆ ਤਾਂ ਪ੍ਰਸ਼ਾਸਨ ਉਹਦੇ ਵਿੱਚ ਅੜਚਣਾ ਪਾਉਂਦਾ, ਇਸ ਕਰਕੇ ਚੁੱਪ-ਚੁਪੀਤੇ ਕਰਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਮੌਕੇ ਤੇ ਹੀ ਕੋਈ ਐਕਸ਼ਨ ਲਵਾਂਗੇ ਜੇ ਸਰਕਾਰ ਨਹੀਂ ਮੰਨਦੀ। ਅਧਿਆਪਕਾਂ ਨੇ ਦੱਸਿਆ ਕਿ ਟੈਟ 2011 ਦੇ ਵਿੱਚ ਗਲਤ ਪ੍ਰਸ਼ਨ ਪੇਪਰ ਪਾਇਆ ਗਿਆ ਸੀ, ਜਿਸ ਕਰਕੇ ਸਾਨੂੰ ਗਲਤ ਨਤੀਜੇ ਭੁਗਤਣੇ ਪੈ ਰਹੇ ਨੇ। ਸਰਕਾਰ ਨੇ ਘੱਟ ਮੈਰਿਟ ਵਾਲਿਆਂ ਨੂੰ ਨੌਕਰੀ ਦੇ ਦਿੱਤੀ, ਵੱਧ ਮੈਰਿਟ ਵਾਲੇ ਬੇਰੁਜ਼ਗਾਰ ਤੁਰੇ ਫਿਰਦੇ ਨੇ। ਦੇ ਨਾਲ ਜੋ ਰਿਸ਼ਤੇ ਨੇ ਲੋਕਾਂ ਦੇ ਉਹ ਐਡਾ ਟੁੱਟਦੇ ਜਾ ਰਹੇ ਨੇ। ਸਾਨੂੰ 10 ਸਾਲ ਹੋ ਗਏ ਸਰਕਾਰ ਦੀ ਗਲਤੀ, ਸਰਕਾਰ ਦੇ ਗਲਤ ਪੇਪਰ, ਗਲਤ ਨਤੀਜੇ ਜੋ ਅਸੀਂ ਭੁਗਤ ਰਹੇ ਹਾਂ। ਸਰਕਾਰ ਦੀ ਗਲਤੀ ਦੇ ਕਾਰਨ ਅਸੀਂ ਭੁਗਤ ਰਹੇ ਹਾਂ। ਜੋ ਵੀ ਅਸੀਂ ਅੱਜ ਅਰਥੀ ਫੂਕ ਮੁਜ਼ਾਹਰਾ ਕੀਤਾ ਹੈ, ਸਰਕਾਰ ਤੋਂ ਤੰਗ ਆ ਕੇ ਕੀਤਾ। 78 ਦਿਨ ਹੋ ਗਏ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਗਲੀ ਰਣਨੀਤੀ ਸਾਡੀ ਗੁਪਤ ਐਕਸ਼ਨ ਹੀ ਹੁੰਦੀ ਹੈ। ਜੇ ਅਸੀਂ ਇਹਨਾਂ ਨੂੰ ਦੱਸਦੇ ਹਾਂ ਤਾਂ ਸਾਡੇ ਪ੍ਰਸ਼ਾਸਨ ਵੀ ਅੜਚਣਾ ਪਾਉਂਦਾ। ਇਸ ਕਰਕੇ ਅਸੀਂ ਮੌਕੇ 'ਤੇ ਡਿਸਾਈਡ ਕਰਦੇ ਹਾਂ ਕੀ ਕਰਨਾ, ਕੀ ਨਹੀਂ ਕਰਨਾ। ਜੋ ਇਹ ਸਰਕਾਰ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਅਰੇ ਲਾਉਂਦੀ ਹੈ, ਆਪ ਹੀ ਬੇਟੀਆਂ ਦੀ ਖਿੱਚਾ ਧੂਈ ਕਰਕੇ ਕਿਸੇ ਦੀਆਂ ਚੁੰਨੀਆਂ ਉਤਰ ਰਹੀਆਂ ਵੇਖ ਰਹੇ ਹਾਂ। ਬਹੁਤ ਹੀ ਸ਼ਰਮਨਾਕ ਹਰਕਤਾਂ ਕਰਦੇ ਨੇ ਇਹ। ਕਿੰਦੀ ਪ੍ਰਸ਼ਾਸਨ ਵੀ ਕਿੰਦੀ ਸ਼ਹਿ 'ਤੇ ਕਰਦਾ, ਇਹਨਾਂ ਮੰਤਰੀਆਂ ਦੀ ਸ਼ਹਿ 'ਤੇ ਖਿੱਚਾ ਧੂਈ। ਬਹੁਤ ਹੀ ਮੰਦਭਾਗੀ ਘਟਨਾ ਜੋ ਘਟੀ ਹੈ ਉੱਥੇ ਹੋਈ ਹੈ। ਸਿੰਗਲਾ ਸਾਹਿਬ ਵੱਲੋਂ ਵੀ ਇਹੀ ਬਿਆਨ ਦਿੱਤੇ ਜਾਂਦੇ ਨੇ ਕਿ ਪੰਜਾਬ ਸਰਕਾਰ ਦੇ ਹੁਕਮਾਂ ਨੂੰ, ਹਾਈ ਕੋਰਟ ਦੇ ਹੁਕਮਾਂ ਨੂੰ ਮੰਨਣਾ ਨਹੀਂ ਮੰਨਣਾ, ਇਹ ਸਾਡੇ 'ਤੇ ਵੱਸ ਹੈ, ਸਰਕਾਰਾਂ ਦੇ ਵੱਸ ਹੈ। ਜਦੋਂ ਪਿਓ ਵੀ ਆਪਣਾ ਦੌਲਤ ਤੋਂ ਹਿੱਸਾ ਨਹੀਂ ਦਿੰਦਾ ਤਾਂ ਬੱਚਿਆਂ ਨੂੰ ਅਖੀਰੀ ਬਾਹਰ ਹੋਣਾ ਪੈਂਦਾ ਹੈ। ਇੱਦਾਂ ਹੀ ਅਸੀਂ ਬਾਹਰ ਹੋ ਗਏ ਹਾਂ, ਸਰਕਾਰ ਦੇ ਬਹੁਤ ਸਤਾਏ ਹੋਏ ਹਾਂ। ਸਾਡੀ ਜੋ ਮਤਲਬ ਕਿ ਅੰਦਰ ਦੀ ਸ਼ਮਤਾ ਸੀ ਉਹ ਬਿਲਕੁਲ ਖਤਮ ਹੋ ਚੁੱਕੀ ਹੈ। ਅਸੀਂ ਹੁਣ ਇੱਦਾਂ ਹੀ ਇਹਨਾਂ ਨੂੰ ਮਾਰ ਕੇ ਪਿੱਟ ਕੇ ਪੂਰਾ ਜਿੱਦਾਂ ਰੀਤੀ ਰਿਵਾਜ ਕਰਦੇ ਨੇ ਡੈਥ ਸੈਰਮਨੀਜ਼ 'ਤੇ, ਅਸੀਂ ਉੱਦਾਂ ਹੀ ਕੀਤਾ। ਕੈਪਟਨ ਪਾਪੀ ਮਰ ਗਿਆ, ਕੈਪਟਨ ਮਾਮਾ ਮਰ ਗਿਆ। ਇਹ ਕੀ ਹੋਇਆ, ਇਹ ਕੀ ਹੋਇਆ, ਕੋਈ ਨਹੀਂ ਸੁਣਦਾ। ਹਾਏ ਸਾਰੇ ਮਰ ਗਏ, ਹਾਏ ਕੈਪਟਨ ਮਰ ਗਿਆ ਜਾਣ ਕੇ, ਜੁੱਤੀ ਥੱਲੇ ਆਣ ਕੇ, ਕੋਈ ਤਾਂ ਸੁਣ ਲੋ। ਹਾਏ ਹਾਏ ਕੈਪਟਨ ਮਾਮਾ ਮਰ ਗਿਆ, ਕੈਪਟਨ ਮਾਮਾ ਮਰ ਗਿਆ।
ਗ੍ਰੇਟਰ ਨੋਇਡਾ ਤੋਂ ਇੱਕ ਖਬਰ ਆ ਰਹੀ ਹੈ ਜਿੱਥੇ ਆਰਡਰ ਦੇ ਵਿੱਚ ਦੇਰੀ ਤੋਂ ਨਾਰਾਜ਼ ਡਿਲੀਵਰੀ ਬੁਆਏ ਨੇ ਹੋਟਲ ਦੇ ਮਾਲਕ ਨੂੰ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ। ਬੜੀ ਅਜੀਬ ਖਬਰ ਹੈ। ਸਵਿਗੀ ਕੰਪਨੀ ਹੈ ਜਿਹੜੀ ਉਸ ਦੇ ਡਿਲੀਵਰੀ ਏਜੰਟ ਨੇ ਗ੍ਰੇਟਰ ਨੋਇਡਾ ਦੇ ਵਿੱਚ ਖਾਣੇ ਦੇ ਆਰਡਰ ਵਿੱਚ ਦੇਰੀ ਹੋਣ ਕਰਕੇ ਰੈਸਟੋਰੈਂਟ ਮਾਲਕ ਨੂੰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸਵਿਗੀ ਏਜੰਟ ਮੰਗਲਵਾਰ ਦੇਰ ਰਾਤ ਨੂੰ ਆਪਣਾ ਆਰਡਰ ਹੈ ਜਿਹੜਾ ਉਹ ਲੈਣ ਦੇ ਲਈ ਰੈਸਟੋਰੈਂਟ ਪਹੁੰਚਿਆ ਸੀ। ਇੱਕ ਆਰਡਰ ਹੈ ਜਿਹੜਾ ਉਹ ਤਾਂ ਸਮੇਂ ਤੇ ਤਿਆਰ ਸੀ ਪਰ ਦੂਸਰੇ ਆਰਡਰ ਨੂੰ ਥੋੜਾ ਸਮਾਂ ਲੱਗ ਗਿਆ, ਜਿਸ ਕਰਕੇ ਏਜੰਟ ਦੀ ਰੈਸਟੋਰੈਂਟ ਦੇ ਮੁਲਾਜ਼ਮਾਂ ਦੇ ਨਾਲ ਬਹਿਸ ਹੋ ਗਈ। ਜਦੋਂ ਬਹਿਸ ਜ਼ਿਆਦਾ ਵੱਧ ਗਈ, ਮਾਲਕ ਵਿੱਚ ਵਿਚਾਲੇ ਪੈ ਗਿਆ ਤਾਂ ਡਿਲੀਵਰੀ ਏਜੰਟ ਨੇ ਆਪਣੇ ਇੱਕ ਹੋਰ ਸਾਥੀ ਦੇ ਨਾਲ ਮਿਲ ਕੇ ਮਾਲਕ ਨੂੰ ਹੀ ਗੋਲੀਆਂ ਮਾਰ ਦਿੱਤੀਆਂ ਤੇ ਸੁਨੀਲ ਅਗਰਵਾਲ ਨਾਮ ਦੇ ਇਸ ਹੋਟਲ ਮਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਹੜੇ ਮੁਲਜ਼ਮ ਹੈਗੇ ਨੇ ਫਰਾਰ ਨੇ, ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ। ਯੂਨੀਵਰਸਿਟੀ ਆਫ ਸ਼ਿਕਾਗੋ ਦੀ 에ਅਰ ਕੁਆਲਿਟੀ ਲਾਈਫ ਇੰਡੈਕਸ ਦੀ ਰਿਪੋਰਟ ਸਾਹਮਣੇ ਆਈ ਹੈ। ਉਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਭਾਰਤ ਦੇ ਲੋਕਾਂ ਦੇ ਜੀਵਨ ਦੇ 9 ਸਾਲ ਘਟਾ ਸਕਦਾ ਹੈ ਜਿਹੜਾ ਇੱਥੇ ਹਵਾ ਪ੍ਰਦੂਸ਼ਣ ਹੁੰਦਾ ਹੈ। ਭਾਰਤ ਦੇ ਹਵਾ ਪ੍ਰਦੂਸ਼ਣ ਦੇ ਪੱਧਰ ਸਮੇਂ ਦੇ ਨਾਲ ਭੂਗੋਲਿਕ ਤੌਰ ਤੇ ਵਧੇ ਨੇ ਤੇ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਵਿੱਚ ਤਾਂ ਪ੍ਰਦੂਸ਼ਣ ਹੈ ਜਿਹੜਾ ਹਵਾ ਦਾ ਇਸ ਹੱਦ ਤੱਕ ਵੱਧ ਗਿਆ ਹੈ ਕਿ ਔਸਤ ਵਿਅਕਤੀ ਦੀ ਜੀਵਨ ਸਮਰੱਥਾ ਇੱਕ ਵਾਧੂ 2.5 ਸਾਲ ਜਾਂ ਫਿਰ 9 ਸਾਲਾਂ ਤੱਕ ਘਟ ਰਹੀ ਹੈ। 2.5 ਤੋਂ ਲੈ ਕੇ 9 ਸਾਲਾਂ ਤੱਕ ਘਟ ਜਾਣੀ ਹੈ ਇਸ ਹਵਾ ਪ੍ਰਦੂਸ਼ਣ ਕਰਕੇ ਉਮਰ। ਤੇ ਨਵੀਂ ਰਿਪੋਰਟ ਦੇ ਵਿੱਚ ਪ੍ਰਦੂਸ਼ਣ ਦੇ ਨਤੀਜਿਆਂ ਬਾਰੇ ਚੇਤਾਵਨੀ ਹੈ ਜਿਹੜੀ ਉਹ ਦਿੱਤੀ ਗਈ ਹੈ। ਇਸ ਰਿਪੋਰਟ ਦੇ ਵਿੱਚ ਇਹ ਕਿਹਾ ਹੈ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਹੈ, ਜਿੱਥੇ 48 ਕਰੋੜ ਤੋਂ ਵੱਧ ਲੋਕ ਜਾਂ ਫਿਰ ਦੇਸ਼ ਦੀ ਲਗਭਗ 40% ਦੀ ਆਬਾਦੀ ਉੱਤਰੀ ਗੰਗਾ ਦੇ ਮੈਦਾਨੀ ਇਲਾਕਿਆਂ ਵਿੱਚ ਰਹਿੰਦੀ ਹੈ, ਜਿੱਥੇ ਪ੍ਰਦੂਸ਼ਣ ਦਾ ਪੱਧਰ ਨਿਯਮਿਤ ਰੂਪ ਤੋਂ ਵੀ ਵੱਧ ਜਾਂਦਾ ਹੈ ਤੇ ਇਹ ਅਜਿਹਾ ਪੱਧਰ ਦੁਨੀਆ 'ਚ ਹੋਰ ਕਿਤੇ ਵੀ ਨਹੀਂ ਪਾਇਆ ਜਾਂਦਾ। ਕੇਂਦਰ ਸਰਕਾਰ ਨੇ ITR ਯਾਨੀ ਕਿ ਇਨਕਮ ਟੈਕਸ ਰਿਟਰਨ ਜਿਹੜੀ 2020-21 ਦੇ ਲਈ ਹੈ ਉਹ ਭਰਨ ਦੀ ਤਰੀਕ ਹੈ ਹੁਣ ਵਧਾ ਦਿੱਤੀ ਹੈ ਤੇ 30 ਸਤੰਬਰ 2021 ਤੱਕ ਆਮਦਨ ਟੈਕਸ ਰਿਟਰਨ ਭਰੀ ਜਾ ਸਕਦੀ ਹੈ ਤੇ 15G ਤੇ 15H ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵੀ ਵਧਾ ਦਿੱਤੀ ਗਈ ਹੈ। ਇਹ ਜਿਹੜਾ ਐਲਾਨ ਇਸ ਕਰਕੇ ਕੀਤਾ ਗਿਆ, ਰਾਹਤ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ITR ਇਨਕਮ ਟੈਕਸ ਦਾ ਜਿਹੜਾ ਪੋਰਟਲ ਹੈ ਉਸ ਦੇ ਵਿੱਚ ਲਗਾਤਾਰ ਖਰਾਬੀ ਚੱਲੀ ਆ ਰਹੀ ਸੀ। ਹੁਣ 30 ਸਤੰਬਰ ਤੱਕ ਤੁਸੀਂ ITR ਫਾਈਲ ਕਰ ਸਕਦੇ ਹੋ, ਪਰ ਇਸ ਤੋਂ ਬਾਅਦ ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਜੁਰਮਾਨਾ ਦੇਣਾ ਪਵੇਗਾ। ਤੇ ਇਸ ਦੇ ਨਾਲ ਕੇਂਦਰੀ ਮੁਲਾਜ਼ਮਾਂ ਦੇ ਨਾਲ ਜੁੜੀ ਖਬਰ ਹੈ। ਅਗਸਤ ਮਹੀਨੇ ਵਿੱਚ ਕੇਂਦਰੀ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਦੇ ਵਿੱਚ ਜ਼ਿਆਦਾ ਤਨਖਾਹ ਆਈ ਹੈ। ਜੁਲਾਈ 'ਚ ਕੇਂਦਰ ਨੇ ਮਹਿੰਗਾਈ ਭੱਤੇ ਦੀ ਦਰ 17% ਤੋਂ ਵਧਾ ਕੇ 28% ਕਰਨ ਦਾ ਐਲਾਨ ਕੀਤਾ ਸੀ ਤੇ DA ਅਗਸਤ ਦੀ ਤਨਖਾਹ 'ਚ ਜੋੜ ਕੇ ਆਇਆ। ਕੇਂਦਰ ਸਰਕਾਰ ਦੇ ਲਗਭਗ 1 ਕਰੋੜ 14 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਸ ਦਾ ਲਾਭ ਮਿਲਿਆ ਹੈ ਤੇ ਇਸ ਵਾਰੀ ਜਿਹੜਾ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਗੱਫੇ ਮਿਲੇ ਨੇ, ਉਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਹੈਗਾ ਬਕਾਇਆ DA ਦਾ ਪੈਸਾ ਜਿਹੜਾ ਉਹ ਪਾਇਆ ਗਿਆ ਹੈ। ਅਫਗਾਨਿਸਤਾਨ ਦੀਆਂ ਕੁਝ ਅਹਿਮ ਅਪਡੇਟਸ ਤੁਹਾਨੂੰ ਦੱਸ ਦਿੰਨੇ ਆ। ਅਫਗਾਨਿਸਤਾਨ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਬਰਤਾਨੀਆ ਤੋਂ ਆਈ ਹੈ। ਬਰਤਾਨੀਆ ਦੇ ਗ੍ਰਹਿ ਮੰਤਰਾਲੇ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਜਿਹੜੇ ਵੀ ਵਿਅਕਤੀ ਨੇ ਅਫਗਾਨਿਸਤਾਨ ਦੇ ਵਿੱਚ ਬ੍ਰਿਟਿਸ਼ ਸਰਕਾਰ ਅਤੇ ਉਹਨਾਂ ਦੀ ਫੌਜ ਦੀ ਮਦਦ ਕੀਤੀ ਹੈ ਉਹ ਵਿਅਕਤੀ ਬਰਤਾਨੀਆ ਦੇ ਵਿੱਚ ਪੱਕੇ ਤੌਰ ਤੇ ਰਹਿ ਸਕਦੇ ਨੇ, ਯਾਨੀ ਕਿ ਪਰਮਾਨੈਂਟ ਰੈਜ਼ੀਡੈਂਟ ਬਣ ਕੇ ਰਹਿ ਸਕਦੇ ਨੇ। ਪਹਿਲਾਂ ਇਹ ਪ੍ਰਸਤਾਵ 5 ਸਾਲ ਰਹਿਣ ਦਾ ਸੀ ਪਰ ਹੁਣ ਇਸ ਨੂੰ ਅਣਮਿੱਥੇ ਸਮੇਂ ਦੇ ਲਈ ਵਧਾ ਦਿੱਤਾ ਗਿਆ ਹੈ, ਯਾਨੀ ਕਿ ਇਸ ਦੌਰ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਤਾਇਨਾਤ ਕੀਤੇ ਗਏ ਫੌਜੀਆਂ ਦੀ ਉੱਥੋਂ ਦੇ ਕਿਸੇ ਵੀ ਬੰਦੇ ਨੇ, ਕਿਸੇ ਵੀ ਸ਼ਖਸ ਨੇ ਮਦਦ ਕੀਤੀ ਹੈ ਤਾਂ ਉਹ ਹੁਣ ਬਰਤਾਨੀਆ ਦੇ ਵਿੱਚ ਪਰਮਾਨੈਂਟ ਸਿਟੀਜ਼ਨ ਬਣ ਕੇ ਰਹਿ ਸਕਦਾ ਹੈ। ਬਰਤਾਨੀਆ ਨੇ ਅਫਗਾਨਿਸਤਾਨ ਤੋਂ 8000 ਤੋਂ ਵੀ ਵੱਧ ਲੋਕਾਂ ਨੂੰ 에ਅਰਲਿਫਟ ਕੀਤਾ ਹੈ ਜੋ 13 ਅਗਸਤ ਤੋਂ ਅਫਗਾਨ ਪੁਨਰਵਾਸ ਅਤੇ ਸਹਾਇਤਾ ਨੀਤੀ ਦੇ ਅਧੀਨ ਯੋਗ ਨੇ। ਬ੍ਰਿਟਿਸ਼ ਫੌਜਾਂ ਨੇ ਪਿਛਲੇ ਹਫ਼ਤੇ ਹੀ ਅਫਗਾਨਿਸਤਾਨ ਛੱਡ ਦਿੱਤਾ ਸੀ, ਅਮਰੀਕਾ ਤੋਂ ਪਹਿਲਾਂ ਹੀ ਛੱਡ ਦਿੱਤਾ ਸੀ ਤੇ ਉੱਥੇ ਬਰਤਾਨੀਆ ਦੇ ਵੀ 20 ਸਾਲਾਂ ਦੀ ਫੌਜੀ ਸ਼ਮੂਲੀਅਤ ਹੈ ਜਿਹੜੀ ਉਹ ਅਫਗਾਨਿਸਤਾਨ ਦੇ ਵਿੱਚ ਹੁਣ ਖਤਮ ਹੋ ਗਈ ਹੈ। ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਮੌਜੂਦ ਕਿੰਨੇ ਲੋਕ ਨੇ ਜਿਹੜੇ ਉਹ ਬ੍ਰਿਟੇਨ ਆਉਣ ਦੇ ਯੋਗ ਨੇ, ਇਸ ਵੇਲੇ ਕੋਈ ਸਹੀ ਅੰਕੜੇ ਤਾਂ ਨਹੀਂ ਦਿੱਤੇ ਜਾ ਸਕਦੇ। ਸੋ ਅਮਰੀਕਾ ਦਾ ਆਖਰੀ ਫੌਜੀ ਜਹਾਜ਼ ਭਾਵੇਂ ਅਫਗਾਨਿਸਤਾਨ ਤੋਂ ਰਵਾਨਾ ਹੋ ਚੁੱਕਿਆ ਹੈ ਪਰ ਅਫਗਾਨਿਸਤਾਨ ਦੇ ਵਿੱਚ ਹਾਲੇ ਵੀ ਕਈ ਅਮਰੀਕੀ ਨਾਗਰਿਕ ਨੇ ਜਿਹੜੇ ਉਹ ਮੌਜੂਦ ਨੇ, ਜਿਨ੍ਹਾਂ ਦੇ ਵਿੱਚੋਂ ਕਈ ਬ੍ਰਿਟਿਸ਼ ਨਾਗਰਿਕ ਵੀ ਨੇ ਅਤੇ ਉਹ ਅਫਗਾਨ ਵੀ ਨੇ ਜਿਨ੍ਹਾਂ ਨੇ ਫੌਜ ਦੀ ਮਦਦ ਕੀਤੀ ਸੀ। ਬਰਤਾਨੀਆ ਆਪਣੇ ਨਾਗਰਿਕਾਂ ਅਤੇ ਅਫਗਾਨੀ ਲੋਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਣ ਦੇ ਲਈ ਤਾਲਿਬਾਨ ਦੇ ਨਾਲ ਗੱਲਬਾਤ ਵੀ ਕਰ ਰਿਹਾ ਹੈ। ਇਹ ਗੱਲਬਾਤ ਬਰਤਾਨੀਆ ਦੇ ਅਧਿਕਾਰੀਆਂ ਤੇ ਤਾਲਿਬਾਨ ਦੇ ਲੜਾਕਿਆਂ ਦੇ ਵਿਚਕਾਰ ਹੋ ਰਹੀ ਹੈ।
ਇਸੇ ਦਰਮਿਆਨ ਅਮਰੀਕੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜ ਦੀ ਭਾਵੇਂ ਪੂਰੀ ਤਰ੍ਹਾਂ ਵਿਦਾਈ ਹੋ ਚੁੱਕੀ ਹੈ, ਪਰ ਹਾਲੇ ਵੀ ਉੱਥੇ 100 ਦੇ ਕਰੀਬ ਅਮਰੀਕੀ ਨਾਗਰਿਕ ਮੌਜੂਦ ਨੇ, ਜਿਨ੍ਹਾਂ ਨੂੰ ਕੱਢਣ ਲਈ ਅਸੀਂ ਵਿਚਾਰ ਕਰ ਰਹੇ ਹਾਂ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਅਮਰੀਕੀ ਸਰਕਾਰ ਅਫਗਾਨਿਸਤਾਨ ਦੇ ਵਿੱਚ ਹਾਲੇ ਵੀ ਅਮਰੀਕੀ ਲੋਕਾਂ ਦੇ ਸੰਪਰਕ ਵਿੱਚ ਹੈ ਅਤੇ ਉਹਨਾਂ ਨੂੰ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਸਰਕਾਰ ਦੇ ਸੰਪਰਕ ਦੇ ਵਿੱਚ ਉਹਨਾਂ ਨੇ ਕਿਵੇਂ ਰਹਿਣਾ ਹੈ, ਇਸ ਬਾਰੇ ਜਾਣਕਾਰੀ ਅਸੀਂ ਦੇ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਇਸ ਵਕਤ ਹਰ ਅਮਰੀਕਨ ਨੂੰ ਉੱਥੋਂ ਬਾਹਰ ਕੱਢਣ ਦੇ ਲਈ ਵਿਕਲਪ ਦੀ ਜਿਹੜੀ ਤਲਾਸ਼ ਹੈ ਉਹ ਕਰ ਰਹੇ ਹਾਂ, ਜਿਹੜਾ ਵੀ ਉੱਥੋਂ ਨਿਕਲਣਾ ਚਾਹੁੰਦਾ ਹੈ। ਜਿਹੜੇ ਨਾਗਰਿਕ ਬਾਕੀ ਰਹਿ ਗਏ ਨੇ ਉਹਨਾਂ ਵਿੱਚੋਂ ਬਹੁਤੇ ਉਹ ਨਾਗਰਿਕ ਨੇ ਜਿਨ੍ਹਾਂ ਦੇ ਕੋਲੇ ਦੋਹਰੀ ਨਾਗਰਿਕਤਾ ਹੈ, ਯਾਨੀ ਕਿ ਅਫਗਾਨਿਸਤਾਨ ਦੀ ਵੀ ਹੈ ਅਤੇ ਅਮਰੀਕਾ ਦੀ ਵੀ ਹੈ। ਤੇ ਜੇ ਤਾਲਿਬਾਨ ਦੀ ਗੱਲ ਕਰ ਲਈਏ, ਅਫਗਾਨਿਸਤਾਨ ਦੇ ਉੱਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਦੇ ਮੂਹਰੇ ਇੱਕ ਹੀ ਇਲਾਕਾ ਹੈ ਜਿਹੜਾ ਤਾਲਿਬਾਨ ਦੀ ਅਧੀਨਗੀ ਕਬੂਲ ਨਹੀਂ ਕਰ ਰਿਹਾ, ਉਹ ਹੈ ਪੰਜਸ਼ੀਰ ਘਾਟੀ। ਤੇ ਇੱਥੇ ਕਹਿੰਦੇ ਤਾਲਿਬਾਨ ਅਤੇ ਪੰਜਸ਼ੀਰ ਲੜਾਕਿਆਂ ਦੇ ਵਿਚਕਾਰ ਲੜਾਈ ਹੈ ਜਿਹੜੀ ਉਹ ਛਿੜ ਗਈ ਹੈ ਤੇ ਭਿਆਨਕ ਬਣਦੀ ਜਾ ਰਹੀ ਹੈ। ਬੀਤੀ ਰਾਤ ਕਰੀਬ 11 ਵਜੇ ਪੰਜਸ਼ੀਰ ਦੇ ਮੁਹਾਨੇ ਤੇ ਗੋਲਬਹਾਰ ਇਲਾਕੇ ਦੇ ਵਿੱਚ ਲੜਾਈ ਹੋਈ। ਤਾਲਿਬਾਨੀ ਪੰਜਸ਼ੀਰ ਘਾਟੀ ਵਿੱਚ ਦਾਖਲ ਹੋਣ ਦੀ ਇੱਥੇ ਕੋਸ਼ਿਸ਼ ਕਰ ਰਹੇ ਸੀ। ਉੱਤਰੀ ਗੱਠਜੋੜ ਯਾਨੀ ਕਿ ਪੰਜਸ਼ੀਰ ਤੇ ਜਿਸ ਦਾ ਦਾਵਾ ਹੈ, ਜਿਹੜੇ ਰਾਜ ਕਰਕੇ ਬੈਠੇ ਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ 30 ਤੋਂ ਵੱਧ ਤਾਲਿਬਾਨੀ ਇਸ ਯੁੱਧ ਦੇ ਵਿੱਚ ਮਾਰੇ ਗਏ ਨੇ। ਜਾਣਕਾਰੀ ਇਹ ਵੀ ਮਿਲੀ ਹੈ ਕਿ ਤਾਲਿਬਾਨ ਨੇ ਗੋਲਬਹਾਰ ਨੂੰ ਪੰਜਸ਼ੀਰ ਨਾਲ ਜੋੜਨ ਵਾਲੇ ਰਾਹ ਨੂੰ ਉਡਾ ਦਿੱਤਾ ਹੈ। ਪੰਜਸ਼ੀਰ ਨੂੰ ਪਰਵਾਨ ਦੇ ਨਾਲ ਜੋੜਨ ਵਾਲੀ ਸੜਕ ਵੀ ਬੰਦ ਹੋ ਗਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਤਾਲਿਬਾਨ ਦੇ ਨਾਲ ਜੁੜੇ ਸੋਸ਼ਲ ਮੀਡੀਆ ਅਕਾਊਂਟਸ ਤੇ ਲਿਖਿਆ ਜਾ ਰਿਹਾ ਹੈ ਕਿ ਪੰਜਸ਼ੀਰ ਦੇ ਵਿੱਚ ਲੜ ਰਹੇ ਮੁਜਾਹਿਦੀਨ ਦੇ ਲਈ ਦੁਆ ਕੀਤੀ ਜਾਵੇ। ਤੇ ਇਸ ਤਰ੍ਹਾਂ ਦੀ ਪੋਸਟ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਤਾਲਿਬਾਨ ਦੀ ਸਥਿਤੀ ਉੱਥੇ ਕਮਜ਼ੋਰ ਹੋ ਗਈ ਹੋਵੇ। ਪਰਵਾਨ ਸੂਬੇ ਦੇ ਜਬਾਲ ਸਰਾਜ ਜ਼ਿਲ੍ਹੇ, ਬਗਲਾਨ ਸੂਬੇ ਦੇ ਅੰਦਰਾਬ ਜ਼ਿਲ੍ਹੇ ਅਤੇ ਖਵਾਕ ਪੰਜਸ਼ੀਰ ਦੇ ਵਿੱਚ ਵੀ ਦੋਹਾਂ ਗੁੱਟਾਂ ਦੇ ਵਿਚਾਲੇ ਲੜਾਈ ਹੋਈ ਹੈ। ਇਹਨਾਂ ਸਾਰੇ ਹਾਲਾਤਾਂ ਦੇ ਦਰਮਿਆਨ ਤਾਲਿਬਾਨ ਨੇ ਆਪਣੀ ਅਗਲੀ ਰਣਨੀਤੀ ਦੱਸੀ ਹੈ। ਤਾਲਿਬਾਨ ਦੇ ਚੋਟੀ ਦੇ ਲੀਡਰ ਅਨਾਸ ਹੱਕਾਨੀ ਨੇ CNN ਨਿਊਜ਼ 18 ਦੇ ਨਾਲ ਗੱਲਬਾਤ ਕਰਦਿਆਂ ਅਫਗਾਨੀ ਹਿੰਦੂ ਅਤੇ ਸਿੱਖਾਂ ਦੀ ਹਿਫਾਜ਼ਤ ਦਾ ਭਰੋਸਾ ਦਿਵਾਇਆ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਭਾਰਤੀ ਵੀ ਅਫਗਾਨਿਸਤਾਨ ਦੇ ਵਿੱਚ ਫਸੇ ਹੋਏ ਨੇ ਤੇ ਬਹੁਤ ਸਾਰੇ ਅਫਗਾਨੀ ਸਿੱਖ ਤੇ ਹਿੰਦੂ ਵੀ ਇੱਥੇ ਨੇ। ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਉਹਨਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਉਂਦੇ ਹੋ ਕਿ ਸਾਰੇ ਸੁਰੱਖਿਅਤ ਹਨ, ਤਾਂ ਅਨਾਸ ਹੱਕਾਨੀ ਨੇ ਕਿਹਾ ਕਿ ਮੈਂ ਭਰੋਸਾ ਦਿਵਾਉਣਾ ਚਾਹੁੰਦਾ। ਅਫਗਾਨਿਸਤਾਨ ਦੇ ਵਿੱਚ ਇਸ ਵਕਤ ਹਰ ਕੋਈ ਸੁਰੱਖਿਅਤ ਹੈ। ਪਹਿਲਾਂ ਕੁਝ ਘਬਰਾਹਟ ਤੇ ਡਰ ਸੀ, ਪਰ ਹੁਣ ਚੀਜ਼ਾਂ ਸ਼ਾਂਤ ਹੋ ਗਈਆਂ ਨੇ, ਲੋਕ ਖੁਸ਼ ਨੇ। ਅਫਗਾਨੀ ਸਿੱਖ ਤੇ ਹਿੰਦੂ ਅਫਗਾਨਿਸਤਾਨ ਦੇ ਕਿਸੇ ਹੋਰ ਭਾਈਚਾਰੇ ਦੀ ਤਰ੍ਹਾਂ ਹਨ, ਉਹ ਵੀ ਇੱਥੇ ਖੁਸ਼ੀ ਦੇ ਨਾਲ ਰਹਿਣਗੇ, ਸਾਡੇ ਨਾਲ ਰਹਿਣਗੇ। 2020 ਦੇ ਵਿੱਚ ਕਾਬੁਲ ਗੁਰਦੁਆਰੇ ਤੇ ਹੋਏ ਹਮਲੇ ਬਾਰੇ ਉਹਨਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਭ ਸਾਡੇ ਦੁਸ਼ਮਣਾਂ ਅਤੇ ਮੀਡੀਆ ਦੇ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਇਹ ਸਭ ਸਰਾਸਰ ਗਲਤ ਹੈ। ਅਸੀਂ ਅਜਿਹਾ ਕਦੇ ਨਹੀਂ ਕੀਤਾ। ਅਸੀਂ ਗੁਰੂ ਘਰ ਤੇ ਕਦੇ ਹਮਲਾ ਨਹੀਂ ਕੀਤਾ। ਹੱਕਾਨੀ ਨੇ ਕਿਹਾ ਕਿ ਅਸੀਂ ਸਭ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਫਗਾਨਿਸਤਾਨ ਦੇ ਵਿੱਚ ਤੁਸੀਂ ਸ਼ਾਂਤੀ ਤੇ ਖੁਸ਼ਹਾਲੀ ਦੇ ਨਾਲ ਰਹੋਗੇ। ਇੱਕ ਬੜਾ ਹੀ ਅਹਿਮ ਮੁੱਦਾ ਹੈ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਤੇ ਉਹਨਾਂ ਦੀ ਆਜ਼ਾਦੀ ਦਾ ਮੁੱਦਾ। ਤਾਂ ਔਰਤਾਂ ਬਾਰੇ ਬੋਲਦਿਆਂ ਹੱਕਾਨੀ ਨੇ ਕਿਹਾ ਕਿ ਅਸੀਂ ਮਰਦਾਂ ਤੇ ਔਰਤਾਂ ਦੇ ਲਈ ਸਾਰੀਆਂ ਨੀਤੀਆਂ ਦਾ ਐਲਾਨ ਕਰਾਂਗੇ ਤੇ ਸਭ ਕੁਝ ਪਾਰਦਰਸ਼ੀ ਹੋਏਗਾ। ਹਰ ਕਿਸੇ ਦੇ ਲਈ ਨੀਤੀ ਬਣੇਗੀ। ਹੱਕਾਨੀ ਨੇ ਪਾਕਿਸਤਾਨ ਅਤੇ ਭਾਰਤ ਨਾਲ ਸੰਬੰਧਾਂ ਅਤੇ ਕਸ਼ਮੀਰ ਮੁੱਦੇ ਤੇ ਵੀ ਗੱਲਬਾਤ ਕਰਦਿਆਂ ਟਿੱਪਣੀ ਕੀਤੀ। ਕਿਹਾ ਕਿ ਕਸ਼ਮੀਰ ਦੇ ਵਿੱਚ ਦਖਲ ਅੰਦਾਜ਼ੀ ਅਸੀਂ ਨਹੀਂ ਕਰਾਂਗੇ। ਹੱਕਾਨੀ ਨੇ ਕਿਹਾ ਕਿ ਕਸ਼ਮੀਰ ਸਾਡੇ ਅਧਿਕਾਰ ਖੇਤਰ ਦਾ ਹਿੱਸਾ ਨਹੀਂ ਹੈ ਤੇ ਦਖਲ ਅੰਦਾਜ਼ੀ ਸਾਡੀ ਨੀਤੀ ਦੇ ਵਿਰੁੱਧ ਹੋਵੇਗੀ। ਅਸੀਂ ਆਪਣੀ ਨੀਤੀ ਦੇ ਵਿਰੁੱਧ ਕਿਵੇਂ ਜਾ ਸਕਦੇ ਹਾਂ? ਸਪਸ਼ਟ ਹੈ, ਅਸੀਂ ਕਸ਼ਮੀਰ ਦੇ ਵਿੱਚ ਦਖਲ ਨਹੀਂ ਦੇਵਾਂਗੇ। ਹੱਕਾਨੀ ਨੇ ਅਫਗਾਨਿਸਤਾਨ ਦੇ ਵਿੱਚੋਂ ਅਮਰੀਕੀ ਫੌਜ ਦੇ ਚਲੇ ਜਾਣ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਇਹ ਸਾਡੀ ਵੱਡੀ ਖੁਸ਼ੀ ਦਾ ਦਿਨ ਸੀ। ਸਾਨੂੰ 20 ਸਾਲਾਂ ਬਾਅਦ ਜਿੱਤ ਮਿਲੀ ਤੇ ਰੱਬ ਦੀ ਇਸ ਬਰਕਤ ਦੇ ਲਈ ਅਸੀਂ 20 ਸਾਲ ਸੰਘਰਸ਼ ਕੀਤਾ ਤੇ ਸਾਡੀ ਆਜ਼ਾਦੀ ਦਾ ਦਿਨ ਸੀ। ਹੱਕਾਨੀ ਨੇ ਅਫਗਾਨਿਸਤਾਨ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਵੱਡੀ ਸਮੱਸਿਆ ਹੁਣ ਖਤਮ ਹੋ ਗਈ ਹੈ ਕਿਉਂਕਿ ਅਮਰੀਕਾ ਚਲਾ ਗਿਆ। ਇੰਤਜ਼ਾਰ ਖਤਮ ਹੋ ਗਿਆ ਤੇ ਬਹੁਤ ਜਲਦੀ ਸਾਡੇ ਕੋਲ ਸਰਕਾਰ ਬਣਾਉਣ ਬਾਰੇ ਖੁਸ਼ਖਬਰੀ ਹੋਏਗੀ। ਹਾਲਾਂਕਿ ਇਸ ਦਰਮਿਆਨ ਹੱਕਾਨੀ ਨੇ ਚੇਤਾਵਨੀ ਭਰੇ ਲਹਿਜੇ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ਦੂਸਰਿਆਂ ਦੇ ਮਾਮਲਿਆਂ ਵਿੱਚ ਦਖਲ ਨਹੀਂ ਦਿੰਦੇ। ਅਸੀਂ ਉਮੀਦ ਕਰਦੇ ਹਾਂ ਦੂਸਰੇ ਵੀ ਸਾਡੇ ਵਿੱਚ ਦਖਲ ਨਾ ਦੇਣ। ਇਹ ਖਾਸ ਤੌਰ ਤੇ ਭਾਰਤ ਨੂੰ ਕਿਹਾ ਗਿਆ। ਕਹਿੰਦੇ ਅਸੀਂ ਚਾਹੁੰਦੇ ਹਾਂ ਸਾਰੇ ਮਾਮਲੇ ਸੁਖਾਵੇਂ ਢੰਗ ਦੇ ਨਾਲ ਸੁਲਝ ਜਾਣ। ਸਾਡੇ ਦਰਵਾਜ਼ੇ ਤਾਂ ਹਰ ਕਿਸੇ ਲਈ ਖੁੱਲੇ ਨੇ। ਅਸੀਂ ਬਾਕੀ ਦੁਨੀਆ ਦੇ ਨਾਲ ਚੰਗੇ ਤਾਲੁਕਾਤ ਰੱਖਣਾ ਚਾਹੁੰਦੇ ਹਾਂ। ਭਾਰਤ ਵਿੱਚ ਮੀਡੀਆ ਕਹਿੰਦੇ ਸਾਡੇ ਬਾਰੇ ਨਕਾਰਾਤਮਕ ਪ੍ਰਚਾਰ ਕਰ ਰਿਹਾ ਹੈ ਤੇ ਇਹਦੇ ਨਾਲ ਮਾਹੌਲ ਖਰਾਬ ਹੋ ਰਿਹਾ ਹੈ। ਹੱਕਾਨੀ ਨੇ ਭਾਰਤ ਦਾ ਜ਼ਿਕਰ
ਕਰਦਿਆਂ ਕਿਹਾ ਕਿ ਭਾਰਤ ਨੇ 20 ਸਾਲਾਂ ਤੋਂ ਸਾਡੇ ਦੁਸ਼ਮਣ ਦੀ ਮਦਦ ਕੀਤੀ ਹੈ ਤੇ ਅਸੀਂ ਸਭ ਕੁਝ ਭੁੱਲ ਭੁਲਾ ਕੇ ਰਿਸ਼ਤੇ ਨੂੰ ਅੱਗੇ ਲਿਜਾਣ ਦੇ ਲਈ ਤਿਆਰ ਹਾਂ। ਸੋ ਭਾਰਤ ਨੂੰ ਵੀ ਤਿਆਰ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਦੇ ਲੋਕਾਂ ਦੇ ਲਈ ਹਰ ਤਰ੍ਹਾਂ ਦੀ ਮਦਦ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਨਾ ਸਿਰਫ ਭਾਰਤ ਬਲਕਿ ਬਾਕੀ ਦੁਨੀਆ ਵੀ ਇੱਥੇ ਆਵੇ ਤੇ ਸਾਡੀ ਸਹਾਇਤਾ ਕਰੇ। ਹੱਕਾਨੀ ਨੇ ਆਪਣੇ ਮਕਸਦ ਬਾਰੇ ਦੱਸਦਿਆਂ ਕਿਹਾ ਕਿ ਮੈਂ ਇੱਕ ਮੁਸਲਮਾਨ ਹਾਂ, ਸਾਡਾ ਉਦੇਸ਼ ਆਜ਼ਾਦੀ ਪ੍ਰਾਪਤ ਕਰਨਾ ਸੀ ਤੇ ਉਹ ਅਸੀਂ ਹਾਸਲ ਕਰ ਲਈ ਹੈ। ਅਫਗਾਨਿਸਤਾਨ ਤੇ ਕਾਬਜ਼ ਹੋਣ ਤੋਂ ਬਾਅਦ ਅਸੀਂ ਸਾਬਿਤ ਕਰ ਦਿੱਤਾ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਅਸੀਂ ਦੁਨੀਆ ਦੇ ਹਰ ਕਿਸੇ ਮੁਲਕ ਦੇ ਨਾਲ ਚੰਗੇ ਰਿਸ਼ਤੇ ਚਾਹੁੰਦੇ ਹਾਂ ਤੇ ਬਾਕੀ ਦੁਨੀਆ ਸਾਡੇ ਮਾਮਲਿਆਂ ਦੇ ਵਿੱਚ ਦਖਲ ਨਾ ਦੇਵੇ, ਇਹ ਵੀ ਅਸੀਂ ਚਾਹੁੰਦੇ ਹਾਂ ਕਿਉਂਕਿ ਅਸੀਂ ਕਿਸੇ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਦੇਵਾਂਗੇ। ਸੋ ਇੱਕ ਪਾਸੇ ਤਾਲਿਬਾਨੀ ਲੀਡਰ ਨੇ ਜਿਹੜੇ ਉਹ ਲੋਕਾਂ ਨੂੰ ਵਾਰ-ਵਾਰ ਮੀਡੀਆ ਵਿੱਚ ਬਿਆਨ ਦੇ ਕੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਭ ਕੁਝ ਠੀਕ ਹੋਵੇਗਾ ਤੇ ਸਭ ਕੁਝ ਠੀਕ ਹੋ ਵੀ ਰਿਹਾ, ਪਰ ਇਸ ਦਰਮਿਆਨ ਤਾਜ਼ਾ ਮਿਸਾਲ ਮੰਗਲਵਾਰ ਦੀ ਇੱਕ ਸਾਹਮਣੇ ਆਈ ਹੈ ਜਦੋਂ ਤਾਲਿਬਾਨ ਲੜਾਕਿਆਂ ਦੀ ਜਿਹੜੀ ਬੇਦਰਦੀ ਦੀ ਮਿਸਾਲ ਦਿਖੀ ਹੈ। ਤਾਲਿਬਾਨ ਨੇ ਆਪਣੇ ਹੀ ਮੁਲਕ ਦੇ ਇੱਕ ਅਜਿਹੇ ਨਾਗਰਿਕ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜੋ ਅਮਰੀਕੀ ਪ੍ਰਸ਼ਾਸਨ ਅਤੇ ਅਮਰੀਕੀ ਫੌਜਾਂ ਦੀ ਮਦਦ ਕਰਦਾ ਸੀ। ਤਾਲਿਬਾਨ ਨੇ ਪਹਿਲਾਂ ਉਸ ਆਦਮੀ ਨੂੰ ਮੌਤ ਦੇ ਘਾਟ ਉਤਾਰਿਆ ਤੇ ਫਿਰ ਉਸ ਦੀ ਲਾਸ਼ ਨੂੰ ਹੈਲੀਕਾਪਟਰ ਦੇ ਨਾਲ ਲਟਕਾ ਕੇ ਕੰਧਾਰ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਘੁਮਾਇਆ ਤਾਂ ਜੋ ਅੱਗੇ ਤੋਂ ਕੋਈ ਤਾਲਿਬਾਨ ਦੇ ਵਿਰੁੱਧ ਸਿਰ ਚੁੱਕਣ ਦੀ ਜੁਰਅਤ ਨਾ ਕਰ ਸਕੇ। ਸੋ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਕੰਧਾਰ ਦੇ ਵਿੱਚ ਵਾਪਰੀ ਹੈ। ਕਾਬੁਲ ਦੇ ਵਿੱਚ ਆਮ ਤੌਰ ਤੇ ਆਪਾਂ ਹੁਣ ਤੱਕ ਜੋ ਵੀ ਹੋਇਆ ਦੇਖਿਆ ਹੈ ਤੇ ਹੈਲੀਕਾਪਟਰ ਰਾਹੀਂ ਮ੍ਰਿਤਕ ਦੇਹ ਨੂੰ ਘੁਮਾਉਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸੇ ਦਰਮਿਆਨ ਭਾਰਤ ਅਤੇ ਤਾਲਿਬਾਨ ਦੇ ਵਿਚਾਲੇ ਮੰਗਲਵਾਰ ਨੂੰ ਪਹਿਲੀ ਬੈਠਕ ਵੀ ਹੋਈ। ਇਹ ਬੈਠਕ ਕਤਰ ਦੇ ਦੋਹਾ ਦੇ ਵਿੱਚ ਭਾਰਤੀ ਸਫੀਰ ਦੀਪਕ ਮਿੱਤਲ ਅਤੇ ਤਾਲਿਬਾਨੀ ਲੀਡਰ ਸ਼ੇਰ ਮੁਹੰਮਦ ਅਬਾਸ ਸਟੈਨਕੇਜ਼ੀ ਦੇ ਵਿਚਾਲੇ ਹੋਈ। ਭਾਰਤੀ ਅੰਬੈਸੀ ਦੇ ਵਿੱਚ ਮੁਲਾਕਾਤ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਮੁਤਾਬਿਕ ਦੋਹਾ ਦੀ ਭਾਰਤੀ ਅੰਬੈਸੀ ਵਿੱਚ ਤਾਲਿਬਾਨ ਦੇ ਕਹਿਣ ਤੇ ਹੋਈ ਇਸ ਮੀਟਿੰਗ ਦੇ ਵਿੱਚ ਸੁਰੱਖਿਆ ਰੱਖਿਆ ਤੇ ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਦੇ ਜਲਦ ਵਾਪਸ ਆਉਣ ਬਾਰੇ ਵਿਚਾਰ ਵਟਾਂਦਰਾ ਹੋਇਆ। ਅਫਗਾਨ ਖਾਸ ਕਰਕੇ ਘੱਟ ਗਿਣਤੀ ਜੋ ਭਾਰਤ ਆਉਣਾ ਚਾਹੁੰਦੇ ਨੇ ਉਹਨਾਂ ਦੀ ਯਾਤਰਾ ਬਾਰੇ ਵੀ ਗੱਲਬਾਤ ਹੋਈ ਹੈ। ਐਂਬੈਸਡਰ ਮਿੱਤਲ ਯਾਨੀ ਕਿ ਭਾਰਤੀ ਸਫੀਰ ਨੇ ਕਿਹਾ ਕਿ ਅਫਗਾਨਿਸਤਾਨ ਦੀ ਜ਼ਮੀਨ ਕਿਸੇ ਵੀ ਤਰ੍ਹਾਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਅੱਤਵਾਦ ਲਈ ਨਹੀਂ ਵਰਤੀ ਜਾਣੀ ਚਾਹੀਦੀ। ਤਾਲਿਬਾਨ ਨੇ ਐਂਬੈਸਡਰ ਨੂੰ ਯਕੀਨ ਦਿਵਾਇਆ ਹੈ ਕਿ ਇਹਨਾਂ ਮਸਲਿਆਂ ਨੂੰ ਅਸੀਂ ਹਾਂ ਪੱਖੀ ਢੰਗ ਦੇ ਨਾਲ ਵਿਚਾਰਾਂਗੇ। ਤੇ ਅਫਗਾਨਿਸਤਾਨ ਦੇ ਗੁਆਂਢੀ ਮੁਲਕ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਪਾਕਿਸਤਾਨ ਖਾਸ ਕਰਕੇ ਪਾਕਿਸਤਾਨ ਤਾਲਿਬਾਨ ਸਮੂਹ ਦੇ ਲੜਾਕਿਆਂ ਦੇ ਬਾਰੇ ਚਿੰਤਤ ਹੈ ਜੋ ਅਫਗਾਨਿਸਤਾਨ ਨੂੰ ਪਾਰ ਕਰਕੇ ਆ ਰਹੇ ਨੇ ਤੇ ਇਲਾਕੇ ਦੇ ਵਿੱਚ ਮਾਰੂ ਹਮਲੇ ਕਰ ਰਹੇ ਨੇ। ਪਿਛਲੇ 2 ਦਹਾਕਿਆਂ ਦੇ ਦੌਰਾਨ ਜਿਹਾਦੀ ਹਮਲਿਆਂ ਦੇ ਵਿੱਚ ਹਜ਼ਾਰਾਂ ਪਾਕਿਸਤਾਨੀ ਨਾਗਰਿਕ ਮਾਰੇ ਜਾ ਚੁੱਕੇ ਨੇ। ਕਾਬੁਲ ਹਵਾਈ ਅੱਡੇ ਤੇ ਹੋਏ ਹਮਲੇ ਤੋਂ ਬਾਅਦ ਇਹ ਚਿੰਤਾ ਪਾਕਿਸਤਾਨ ਦੀ ਹੋਰ ਵੱਧ ਗਈ ਹੈ। ਪਾਕਿਸਤਾਨ ਸਰਕਾਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਫਗਾਨਿਸਤਾਨ ਤੋਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੀਆਂ ਫੌਜਾਂ ਦੀ ਵਾਪਸੀ ਦੌਰਾਨ ਨੇਟੋ ਅਤੇ ਉਸ ਨਾਲ ਜੁੜੇ 10,000 ਤੋਂ ਵੱਧ ਲੋਕ ਪਾਕਿਸਤਾਨ ਪਹੁੰਚੇ, ਜਿਨ੍ਹਾਂ ਵਿੱਚੋਂ 9,000 ਤੋਂ ਵੱਧ ਲੋਕ ਤਾਂ ਆਪਣੇ ਵਤਨਾਂ ਨੂੰ ਵਾਪਸ ਮੁੜ ਚੁੱਕੇ ਨੇ। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਇੱਕ ਪ੍ਰੈਸ ਬਰੀਫਿੰਗ ਦੇ ਵਿੱਚ ਇਹ ਜਾਣਕਾਰੀ ਦਿੱਤੀ। ਕਿਹਾ ਕਿ ਨੇਟੋ ਦੇ ਕੁੱਲ 10,302 ਲੋਕ ਇੱਥੇ ਆਏ ਨੇ, ਜਿਨ੍ਹਾਂ ਦੇ ਵਿੱਚੋਂ 9,032 ਵਾਪਸ ਪਰਤ ਗਏ ਨੇ। 1,229 ਲੋਕ ਹਾਲੇ ਵੀ ਪਾਕਿਸਤਾਨ ਦੇ ਵਿੱਚ ਮੌਜੂਦ ਨੇ। ਇਹਨਾਂ ਦੇ ਵਿੱਚੋਂ 545 ਲੋਕ ਅਫਗਾਨੀ ਨੇ ਤੇ 684 ਵੱਖ-ਵੱਖ ਹੋਰ ਦੇਸ਼ਾਂ ਦੇ ਨਾਗਰਿਕ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ 20 ਸਾਲਾਂ ਦੇ ਯੁੱਧ ਨੂੰ ਖਤਮ ਕਰਨ ਲਈ ਅਫਗਾਨਿਸਤਾਨ ਦੇ ਵਿੱਚੋਂ ਫੌਜਾਂ ਵਾਪਸ ਬੁਲਾਉਣਾ ਅਮਰੀਕਾ ਲਈ ਸਭ ਤੋਂ ਵਧੀਆ ਤੇ ਸਹੀ ਫੈਸਲਾ ਸੀ। ਉਹਨਾਂ ਕਿਹਾ ਕਿ ਅਜਿਹੀ ਜੰਗ ਲੜਨ ਦਾ ਕੋਈ ਕਾਰਨ ਨਹੀਂ ਜੋ ਅਮਰੀਕੀ ਲੋਕਾਂ ਦੇ ਮਹੱਤਵਪੂਰਨ ਰਾਸ਼ਟਰੀ ਹਿੱਤ ਵਿੱਚ ਨਾ ਹੋਏ। ਵਾਈਟ ਹਾਊਸ ਤੋਂ ਕੌਮ ਨੂੰ ਦਿੱਤੇ ਭਾਸ਼ਣ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੇਰਾ ਪੂਰੇ ਦਿਲ ਨਾਲ ਮੰਨਣਾ ਹੈ ਕਿ ਅਮਰੀਕਾ ਲਈ ਸਹੀ ਸਮਝਦਾਰੀ ਵਾਲਾ ਤੇ ਸਭ ਤੋਂ ਵਧੀਆ ਫੈਸਲਾ ਹੈ। ਅਮਰੀਕਾ ਦੇ ਆਖਰੀ ਜਹਾਜ਼ ਦੇ ਅਫਗਾਨਿਸਤਾਨ ਚੋਂ ਰਵਾਨਾ ਹੋਣ ਤੋਂ ਬਾਅਦ ਜੋ ਬਾਈਡਨ ਨੇ ਆਪਣੇ ਫੈਸਲੇ ਅਤੇ ਭਵਿੱਖ ਦੀਆਂ ਨੀਤੀਆਂ ਦੇ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਬਾਈਡਨ ਨੇ ਅਫਗਾਨਿਸਤਾਨ ਛੱਡਣ ਦੀ ਇੱਛਾ ਰੱਖਣ ਵਾਲੇ ਲਗਭਗ 1.25 ਲੱਖ ਮਿਲੀਅਨ ਲੋਕਾਂ ਨੂੰ 에ਅਰਲਿਫਟ ਕਰਨ ਲਈ ਅਮਰੀਕੀ ਫੌਜ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਮਰੀਕਾ ਨੇ ਇਤਿਹਾਸ ਦੀ ਸਭ ਤੋਂ ਵੱਡੀ 에ਅਰਲਿਫਟ ਪੂਰੀ ਕਰ ਲਈ ਹੈ। ਉਹਨਾਂ ਕਿਹਾ ਕਿ ਅਮਰੀਕਾ ਦੇ ਕੋਲ ਅਜਿਹਾ ਕਰਨ ਦੀ ਇੱਛਾ ਅਤੇ ਸਮਰੱਥਾ ਸੀ। ਅਫਗਾਨਿਸਤਾਨ ਦੀਆਂ ਅਪਡੇਟਸ ਤੋਂ ਬਾਅਦ ਅਮਰੀਕਾ ਤੋਂ ਹੀ ਇੱਕ ਹੋਰ ਅਹਿਮ ਖਬਰ ਤੁਹਾਨੂੰ ਦੱਸ ਦਿੰਨੇ ਹਾਂ ਕਿ ਅਮਰੀਕੀ ਫੋਰੈਸਟ ਸਰਵਿਸ ਨੇ ਕੈਲੀਫੋਰਨੀਆ ਵਿਚਲੇ ਸਾਰੇ ਕੌਮੀ ਜੰਗਲਾਂ ਨੂੰ ਅਸਥਾਈ ਤੌਰ ਤੇ ਬੰਦ ਕਰਨ ਦਾ ਫੈਸਲਾ ਲਿਆ ਹੈ। 31 ਅਗਸਤ ਤੋਂ 17 ਸਤੰਬਰ ਤੱਕ ਕੈਲੀਫੋਰਨੀਆ ਦੇ ਵਿੱਚ ਸਾਰੇ ਰਾਸ਼ਟਰੀ ਜੰਗਲਾਂ ਨੂੰ ਬੰਦ ਕਰ ਦਿੱਤਾ ਜਾਏਗਾ। ਦਰਅਸਲ ਅਮਰੀਕੀ ਸਟੇਟ ਕੈਲੀਫੋਰਨੀਆ ਵੱਡੇ ਪੱਧਰ ਤੇ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੀ ਹੈ। ਇਹਨਾਂ ਹੀ ਜੰਗਲੀ ਅੱਗਾਂ ਦੇ ਮੱਦੇਨਜ਼ਰ ਜਨਤਕ ਸੁਰੱਖਿਆ ਤੇ ਅੱਗਾਂ ਨੂੰ ਵਧਣ ਤੋਂ ਰੋਕਣ ਦੇ ਲਈ ਇਹ ਫੈਸਲਾ ਲਿਆ ਗਿਆ।
ਯੂਐਸ ਫੋਰੈਸਟ ਸਰਵਿਸ ਦੇ ਬਿਆਨ ਦੇ ਮੁਤਾਬਿਕ 31 ਅਗਸਤ ਤੋਂ 17 ਸਤੰਬਰ ਤੱਕ ਕੈਲੀਫੋਰਨੀਆ ਦੇ ਸਾਰੇ ਕੌਮੀ ਜੰਗਲ ਬੰਦ ਕਰ ਦਿੱਤੇ ਜਾਣਗੇ ਤਾਂ ਜੋ ਹੋਰ ਅੱਗ ਲੱਗਣ ਦੀ ਸੰਭਾਵਨਾ ਨੂੰ ਘਟਾਇਆ ਜਾ ਸਕੇ। ਖੇਤਰੀ ਜੰਗਲਾਤ ਅਧਿਕਾਰੀ ਜੈਨੀਫਰ ਏਬਰਲੀਅਨ ਨੇ ਕਿਹਾ ਹੈ ਕਿ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਗਿਆ ਕਿਉਂਕਿ ਜਨਤਕ ਸੁਰੱਖਿਆ ਦੇ ਲਈ ਇਹੀ ਸਭ ਤੋਂ ਵਧੀਆ ਵਿਕਲਪ ਹੈ। ਸੋ ਇਹ ਵੀ ਜਿਹੜਾ ਕਾਫੀ ਦਿਲਚਸਪ ਰਹੇਗਾ ਕਿ ਜੰਗਲਾਂ ਨੂੰ ਆਖਿਰਕਾਰ ਬੰਦ ਕਿਵੇਂ ਕੀਤਾ ਜਾਏਗਾ। ਅਸਥਾਈ ਤੌਰ ਤੇ ਇਹਨਾਂ ਦੇ ਵਿੱਚ ਲੋਕਾਂ ਦੀ ਐਂਟਰੀ ਬੰਦ ਕੀਤੀ ਜਾਏਗੀ ਜਾਂ ਫਿਰ ਕੀ ਜਿਹੜਾ ਨਿਯਮ ਹੋਣਗੇ ਉਸ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਉਤਸੁਕਤਾ ਬਣੀ ਹੋਈ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।